गुड इवनिंग सत श्री अकाल सारिਆਂ ਨੂੰ। सो ਅੱਜ ਦਾ ਜਿਹੜਾ ਆਪਣਾ ਚੈਪਟਰ ਹੈ ਮੈਥਸ ਦੀ ਕਲਾਸ ਵਿੱਚ ਉਹਦਾ ਨਾਮ ਹੈ ਟਾਈਮ ਐਂਡ ਵਰਕ। ਕੀ ਹੁੰਦਾ ਜੀ ਟਾਈਮ ਐਂਡ ਵਰਕ, ਅੱਜ ਆਪਾਂ ਉਹਦੇ ਬਾਰੇ ਡਿਸਕਸ਼ਨ ਕਰਾਂਗੇ। ਅਲੱਗ-ਅਲੱਗ ਟਾਈਪਸ ਦੇ ਕੁਐਸਚਨਸ ਆਉਗੇ ਤੁਹਾਨੂੰ, ਠੀਕ ਹੈ ਜੀ। ਬਹੁਤ ਜ਼ਿਆਦਾ ਇੰਪੋਰਟੈਂਟ ਚੈਪਟਰ ਹੈ ਐਗਜ਼ਾਮ ਲਈ। ਸ਼ਾਰਟਕਟ ਤਰੀਕੇ ਨਾਲ ਚੈਪਟਰ ਨੂੰ ਕਰਾਂਗੇ ਬੱਚੇ। ਇੱਕ ਆਪਾਂ ਕਰਾਂਗੇ ਟਾਈਮ ਐਂਡ ਵਰਕ ਚੈਪਟਰ, ਇੱਕ ਹੁੰਦਾ ਆ ਪਾਈਪਸ ਐਂਡ ਸਿਸਟਮ। ਜੇ ਆਪਾਂ ਨੂੰ ਟਾਈਮ ਐਂਡ ਵਰਕ ਅੱਛੀ ਤਰ੍ਹਾਂ ਸਮਝ ਲੱਗ ਗਿਆ ਤਾਂ ਪਾਈਪਸ ਐਂਡ ਸਿਸਟਮ ਸਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਊਗੀ। ਸੇਮ ਕੁਐਸਚਨਸ ਆ, ਫਰਕ ਕੀ ਆ ਦੇਖੋ। ਟਾਈਮ ਐਂਡ ਵਰਕ, ਟਾਈਮ ਮਤਲਬ ਸਮਾਂ, ਵਰਕ ਮਤਲਬ ਕੰਮ। ਕੋਈ ਪਰਸਨ ਕਿਸੇ ਕੰਮ ਨੂੰ ਕੁਝ ਦਿਨਾਂ 'ਚ ਕਰਦਾ ਆ। ਸਪੋਜ਼ ਕੋਈ A ਪਰਸਨ ਆ, ਕੰਮ ਨੂੰ 20 ਦਿਨਾਂ 'ਚ ਕਰਦਾ ਆ। B ਪਰਸਨ ਆ, ਕੰਮ ਨੂੰ 30 ਦਿਨਾਂ 'ਚ ਕਰਦਾ ਆ। ਹੁਣ ਜਦੋਂ ਦੋਨੋਂ ਜਾਣੇ ਮਿਲ ਕੇ ਕੰਮ ਨੂੰ ਕਰੂਗੇ, ਓਬਵੀਅਸਲੀ ਘੱਟ ਟਾਈਮ ਲਓਗੇ ਕਿਉਂਕਿ ਦੋ ਜਾਣੇ ਮਿਲ ਕੇ ਕੰਮ ਕਰ ਰਹੇ ਆ। ਏਦਾਂ ਬੇਟਾ ਪਾਈਪਸ ਐਂਡ ਸਿਸਟਮ 'ਚ ਕੀ ਹੋਊਗਾ, ਇੱਕ ਪਾਈਪ ਆ ਉਹ 10 ਘੰਟੇ ਲੈਂਦੀ ਪਈ ਕਿਸੇ ਟੈਂਕ ਨੂੰ ਭਰਨ ਲਈ, ਦੂਜੀ ਪਾਈਪ ਆ ਉਹ 15 ਘੰਟੇ ਲੈਂਦੀ ਪਈ ਆ। ਦੋਨੋਂ ਮਿਲ ਕੇ ਕਿੰਨੀ ਦੇਰ 'ਚ ਭਰੂਗੀਆਂ ਬਸ। ਜੇ ਟਾਈਮ ਐਂਡ ਵਰਕ ਆਪਾਂ ਅੱਛੀ ਤਰ੍ਹਾਂ ਕਰ ਲਿਆ, ਪਾਈਪਸ ਐਂਡ ਸਿਸਟਮ ਦਾ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਆ ਜਾਵੇ, ਸਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਊਗੀ। ਜੇ ਬੇਟਾ ਟਾਈਮ ਐਂਡ ਵਰਕ ਕਲੀਅਰ ਨਹੀਂ ਹੋਇਆ ਤਾਂ ਪਾਈਪਸ ਐਂਡ ਸਿਸਟਮ ਨਹੀਂ ਕਲੀਅਰ ਹੋਊਗਾ। ਮਤਲਬ ਇਹ ਚੈਪਟਰ ਇੱਕ ਦੂਜੇ ਨਾਲ ਰਿਲੇਟ ਕਰਦੇ ਆ। ਸੋ ਅੱਛੀ ਤਰ੍ਹਾਂ ਜਿਹੜਾ ਚੈਪਟਰ ਕਲੀਅਰ ਕਰਨਾ ਜ਼ਰੂਰੀ ਹੈ ਟਾਈਮ ਐਂਡ ਵਰਕ, ਤਾਂ ਕਿ ਸਾਡਾ ਪਾਈਪਸ ਐਂਡ ਸਿਸਟਮ ਜਿਹੜਾ ਹੈ ਫਟਾਫਟ ਹੋ ਜਾਵੇ, ਕੁਐਸਚਨਸ ਉਹਦੇ ਫਟਾਫਟ ਹੋ ਜਾਣ। ਠੀਕ ਹੈ ਜੀ। ਟਾਈਮ ਐਂਡ ਵਰਕ ਦੇ ਵਿੱਚ ਆਪਾਂ ਅਲੱਗ-ਅਲੱਗ ਟਾਈਪਸ ਦੇ ਕੁਐਸਚਨਸ ਕਰਾਂਗੇ, ਠੀਕ ਹੈ। ਹਾਂਜੀ, ਇੱਕ ਮੇਨ ਕਨਸੈਪਟ ਸਮਝੋ ਬੇਟਾ ਪਹਿਲੇ ਕੀ ਹੁੰਦਾ, ਐਫੀਸ਼ੀਐਂਸੀ ਇਜ਼ ਇਕੁਅਲ ਟੂ ਵਰਕ ਓਵਰ ਟਾਈਮ। ਹਾਂਜੀ ਬੇਟਾ, ਐਫੀਸ਼ੀਐਂਸੀ ਉਹ ਪਰਸਨ ਕਿੰਨਾ ਐਫੀਸ਼ੀਐਂਟ ਹੈ ਕੰਮ ਕਰਨ ਦੇ, ਵਰਕ ਕਿੰਨਾ ਟੋਟਲ ਕੰਮ ਆ, ਟਾਈਮ ਕਿੰਨੇ ਟਾਈਮ 'ਚ ਹੁੰਦਾ ਹੈ, ਠੀਕ ਹੈ। ਹੁਣ A ਪਰਸਨ ਕੰਮ ਕਰਦਾ ਆ, B ਪਰਸਨ ਕੰਮ ਕਰਦਾ ਆ, ਅਸੀਂ ਇਹ ਦੇਖਾਂਗੇ A ਦੀ ਕਿੰਨੀ ਐਫੀਸ਼ੀਐਂਸੀ ਆ ਜਾਂ B ਦੀ ਕਿੰਨੀ ਐਫੀਸ਼ੀਐਂਸੀ ਆ, ਉਹ ਕਿਸ ਹਿਸਾਬ ਨਾਲ ਜਿਹੜਾ ਉਹ ਕੰਮ ਕਰਦੇ ਆ, ਠੀਕ ਹੈ। ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੁਐਸਚਨਸ ਆਉਂਦੇ ਆ। ਹੁਣ ਜਿੱਦਾਂ ਪਹਿਲਾ ਕੁਐਸਚਨ ਦੇਖੋ ਬੇਟਾ, A ਕੋਈ ਕੰਮ 6 ਦਿਨਾਂ ਵਿੱਚ ਕਰ ਸਕਦਾ ਹੈ ਅਤੇ B 9 ਦਿਨਾਂ ਵਿੱਚ। A ਕਿਸੇ ਕੰਮ ਨੂੰ ਕਰਦਾ ਆ 6 ਦਿਨਾਂ 'ਚ, A ਨੂੰ ਕੋਈ ਕੰਮ ਦੇਤਾ ਉਹ ਕਰਦਾ 6 ਦਿਨਾਂ 'ਚ, B ਕੋਈ ਕੰਮ ਕਰ ਰਿਹਾ ਆ ਕਿੰਨੇ ਦਿਨਾਂ 'ਚ, 9 ਦਿਨਾਂ 'ਚ। ਦੋਵੇਂ ਇਕੱਠੇ ਕੰਮ ਨੂੰ ਪੂਰਾ ਕਰਨ ਲਈ ਕਿੰਨੇ ਦਿਨ ਲੱਗਣਗੇ। ਹੁਣ ਕੁਐਸਚਨ ਇਹ ਆ ਗਿਆ, A ਤੇ B ਨੇ ਮਿਲ ਕੇ ਕੰਮ ਕਰਨਾ ਆ ਤਾਂ ਦੋਨੋਂ ਕਿੰਨੇ ਦਿਨ ਲਓਗੇ, ਮਤਲਬ ਕਿੰਨਾ ਟਾਈਮ ਲਓਗੇ। ਬੇਟਾ ਟਾਈਮ ਕੱਢਣਾ ਆਪਾਂ, ਐਫੀਸ਼ੀਐਂਸੀ ਵਰਕ ਓਵਰ ਟਾਈਮ, ਤਾਂ ਟਾਈਮ ਕਿੱਦਾਂ ਕੱਢਾਂਗੇ, ਵਰਕ ਓਵਰ ਐਫੀਸ਼ੀਐਂਸੀ। ਟੋਟਲ ਕੰਮ ਕਿੰਨਾ ਬੇਟਾ, ਤੇ ਦੋਨਾਂ ਦੀ क्षमता ਪਾਵਰ ਕਿੰਨੀ ਆ, ਕਿੰਨੇ ਕੈਪੇਬਲ ਆ, ਕਿੰਨੀ ਐਫੀਸ਼ੀਐਂਸੀ ਆ, ਠੀਕ ਹੈ। ਦੇਖੋ ਜੀ ਕੁਐਸਚਨ ਨੂੰ ਕਿੱਦਾਂ ਕਰਨਾ ਪਹਿਲੇ ਸਮਝ ਲਓ। ਆਪਾਂ ਲੈਣਾ 6 ਤੇ 9 ਦਾ ਕਾਮਨ ਐਲਸੀਐਮ। 6 ਤੇ 9 ਦਾ ਕਾਮਨ ਫੈਕਟਰ ਕੀ ਆ ਗਿਆ ਆਪਣੇ ਕੋਲ, 18। ਐਦਾਂ ਦਾ ਨੰਬਰ ਜਿਹੜਾ ਦੋਨਾਂ ਦੇ ਟੇਬਲ ਤੇ ਜਾਂਦਾ ਹੋਵੇ। 18 ਬੇਟਾ ਆ ਗਿਆ ਆਪਣੇ ਕੋਲ ਟੋਟਲ ਕੰਮ, ਕਿ A ਤੇ B ਨੇ ਮਿਲ ਕੇ ਟੋਟਲ 18 ਯੂਨਿਟਾਂ ਦਾ ਕੰਮ ਕਰਨਾ ਆ। ਟੋਟਲ ਕਿੰਨਾ ਕੰਮ ਆ ਗਿਆ, 18 ਯੂਨਿਟਾਂ ਦਾ ਕੰਮ ਕਰਨਾ ਹੈ। 6 ਦੇ ਟੇਬਲ 'ਚ 18 ਕਿੱਥੇ ਆਂਦਾ ਬੇਟਾ, 3 ਤੇ। 9 ਦੇ ਟੇਬਲ 'ਚ 2 ਤੇ। ਇਹਦਾ ਮਤਲਬ ਇਹ 3 ਤੇ 2 ਕੀ ਹੋ ਗਈ, ਐਫੀਸ਼ੀਐਂਸੀ। ਮਤਲਬ A ਦੀ ਐਫੀਸ਼ੀਐਂਸੀ ਕਿੰਨੀ ਆ, 3, B ਦੀ ਐਫੀਸ਼ੀਐਂਸੀ ਕਿੰਨੀ ਆ, 2। ਸਮਝ ਲੱਗ ਗਿਆ ਇੱਥੇ ਤੱਕ ਕੁਐਸਚਨ। ਮਤਲਬ ਇੱਕ ਦਿਨ ਦੇ ਵਿੱਚ ਜਿਹੜੀ A ਦੀ ਐਫੀਸ਼ੀਐਂਸੀ ਉਹ 3 ਯੂਨਿਟਸ ਕੰਜ਼ਿਊਮ ਕਰਦਾ ਪਿਆ ਆ, B ਇੱਕ ਦਿਨ ਦੇ ਵਿੱਚ ਬੇਟਾ 18 ਯੂਨਿਟ ਇੱਕ ਦਿਨ ਦੇ ਵਿੱਚ 2 ਯੂਨਿਟ ਕੰਜ਼ਿਊਮ ਕਰਦਾ। ਉਹਨੇ ਟੋਟਲ ਇਹਨਾਂ ਦੋਨਾਂ ਨੇ ਮਿਲ ਕੇ ਟੋਟਲ 18 ਯੂਨਿਟਾਂ ਦਾ ਕੰਮ ਕਰਨਾ। 18 ਟੋਟਲ ਯੂਨਿਟ ਹੋ ਗਏ ਬੇਟਾ ਦੋਨਾਂ ਦੀ ਐਫੀਸ਼ੀਐਂਸੀ, ਬਿਕੋਜ਼ ਹੁਣ ਦੋਨਾਂ ਦਾ ਟਾਈਮ ਪੁੱਛਿਆ, A ਤੇ B ਮਿਲ ਕੇ ਕਿੰਨੇ ਦਿਨਾਂ 'ਚ ਕੰਮ ਨੂੰ ਖਤਮ ਕਰੂਗੇ। ਬੇਟਾ A ਤੇ B ਦੀ ਐਫੀਸ਼ੀਐਂਸੀ ਕਿੰਨੀ ਆ, 3 + 2 5। ਸੋ 18/5 ਕਿੰਨਾ ਹੋ ਗਿਆ, 3.6। ਸੋ ਦੇਖੋ ਬੇਟਾ ਜਦੋਂ ਦੋਨੋਂ ਜਾਣੇ ਮਿਲ ਕੇ ਕੰਮ ਕਰੋਗੇ ਤਾਂ ਕੰਮ ਨੂੰ ਕਿੰਨੇ ਦਿਨ ਲੱਗੂਗੇ, 3.6 ਦਿਨ। ਮਸੀ 3.6 ਦਿਨ। ਕੱਲਾ A ਕਰਦਾ ਸੀ 6 ਦਿਨ ਲੈ ਰਿਹਾ ਸੀ, ਕੱਲਾ B ਕਰਦਾ ਸੀ 9 ਦਿਨ ਲੈ ਰਿਹਾ ਸੀ। ਹੁਣ ਦੋਨੋਂ ਜਾਣੇ ਮਿਲ ਕੇ ਕੰਮ ਕਰ ਰਿਹਾ ਤਾਂ ਕਿੰਨੇ ਦਿਨ ਲੱਗ ਰਿਹਾ, 3.6 ਡੇਜ਼। ਸੋ ਕਾਮਨ ਐਲਸੀਐਮ ਲੈ ਲੈਣਾ, ਦੋਨਾਂ ਦੀ ਐਫੀਸ਼ੀਐਂਸੀ ਕੱਢ ਲੈਣੀ, ਉਹਦੇ ਬੇਸਿਸ ਤੇ ਕੱਢ ਲੈਣਾ। ਜ਼ਰੂਰੀ ਨਹੀਂ ਹੋਏਗਾ ਬੇਟਾ ਹਮੇਸ਼ਾ ਹੀ ਕੁਐਸਚਨ ਇੱਦਾਂ ਆਏਗਾ। ਕਈ ਵਾਰ ਤੁਹਾਨੂੰ ਐਫੀਸ਼ੀਐਂਸੀ ਦਿੱਤੀ ਹੋਊਗੀ, ਕੰਮ ਦਿੱਤਾ ਹੋਊਗਾ, ਟਾਈਮ ਦਿੱਤਾ ਹੋਊਗਾ, ਸਾਨੂੰ ਟੋਟਲ ਵਰਕ ਵੀ ਫਾਈਂਡ ਆਊਟ ਕਰਨਾ ਪੈ ਸਕਦਾ। ਸੋ ਬੇਟਾ ਐਫੀਸ਼ੀਐਂਸੀ ਕੀ ਹੁੰਦੀ, ਵਰਕ ਓਵਰ ਟਾਈਮ। ਜੇ ਮੈਨੂੰ ਵਰਕ ਕੱਢਣਾ ਹੋਵੇ ਤਾਂ ਟਾਈਮ ਮਲਟੀਪਲਾਈ ਐਫੀਸ਼ੀਐਂਸੀ, ਬਸ ਇਹਦੇ ਤੋਂ ਹੀ ਕੱਢ ਲਿਆ, ਟਾਈਮ ਇਨਟੂ ਐਫੀਸ਼ੀਐਂਸੀ। ਜੇ ਬੇਟਾ ਆਪਾਂ ਟਾਈਮ ਕੱਢਣਾ ਆ, ਟਾਈਮ ਕਿੱਦਾਂ ਕੱਢ ਸਕਦੇ ਹਾਂ, ਵਰਕ ਓਵਰ ਐਫੀਸ਼ੀਐਂਸੀ। ਕਲੀਅਰ
क्लीयर है जी। सो जो आपां तिन्नां चों फैक्टर कड्ढना आ उहदे रिलेटेड सानूं 2 पता हो गए, तीजा असीं उहदे हिसाब नाल कढ सकदे आ। ठीक है, अगला क्वेश्चन देखो। हाँ जी, ए कोई काम 15 दिनां विच कर सकदा है अते बी 20 दिनां विच। ए नूं कोई काम दित्ता आ, ए लगा रिहा जी उहनूं 15 दिन, ठीक है। बी नूं कोई काम दित्ता आ, बी लगा रिहा उहदे 20 दिन। जेकर ਉਹ ਇਕੱਠੇ ਹਾਂਜੀ ਦੋਨੋਂ ਜਾਣੇ 4 ਦਿਨ ਇਸ ਤੇ ਕੰਮ ਕਰਦੇ ਹਨ, ਦੋਨਾਂ ਨੇ ਮਿਲ ਕੇ 4 ਦਿਨ ਸਿਰਫ ਕੰਮ ਕੀਤਾ ਤਾਂ ਬਚੇ ਹੋਏ ਕੰਮ ਦਾ ਅੰਸ਼ ਹੈ। ਮਤਲਬ ਹੋਰ ਉਸ ਤੋਂ ਬਾਅਦ 4 ਦਿਨ ਕੰਮ ਕਰਨ ਤੋਂ ਬਾਅਦ ਕੁਝ ਕੰਮ ਤਾਂ ਹੋ ਗਿਆ, ਫਿਰ ਕੰਮ ਬਚਿਆ ਕਿੰਨਾ। ਦੇਖੋ ਬੇਟਾ ਪਹਿਲੇ ਤਾਂ ਸੇਮ ਉਹੀ 15 ਤੇ 20 ਦਾ ਕਾਮਨ ਐਲਸੀਐਮ ਕਿੰਨਾ ਆ ਗਿਆ, 15 ਤੇ 20 ਦਾ ਕਾਮਨ ਐਲਸੀਐਮ 60। ਇਟ ਮੀਨਸ 60 ਬੇਟਾ ਕੀ ਹੋ ਗਿਆ ਟੋਟਲ ਵਰਕ। ए दी एफिशिएंसी कितनी आ गई बेटा 15 ते टेबल ते 60 4 ते, बी दी टेबल ते 60 3 ते। ਇਹਦਾ मतलब ए दी एफिशिएंसी कितनी आ गई 4, बी दी एफिशिएंसी कितनी आ गई 3, मतलब 4 3। ਹੁਣ देखो बेटा मैनू टाइम दिता होया कि ए ते बी मिल के किन्ने दिन काम करते आ 4 दिन। ठीक है बेटा टाइम कितना आ 4 दिन, दोनों की एफिशिएंसी कितनी आ 4 + 3 7। क्लीयर है इत्थे तक। हुण मैं इत्थों ये फाइंड आउट कर सकदी हाँ कि ए ते बी ने 4 दिनां च किन्ना काम किता। वर्क किद्दां कड्ढदे आपां, टाइम गुना एफिशिएंसी। टाइम किन्ना बेटा 4, 4 + 3 7, एफिशिएंसी कितनी 7, 7 तू चौका 28। सो इन्हां ने ए ते बी ने जो जो भी अपनी एफिशिएंसी सी इन्हां दी, जो जो भी इन्हां दी कैपेबिलिटी सीगी उहदे हिसाब नाल इन्हां ने 28 यूनिटां दा काम कर लिया आ। हुण 60 यूनिट टोटल आ बेटा, रिमेनिंग बचिया काम कितना रह गया 60 यूनिटां दा काम हो गया। हजे होर कितना काम पिया बेटा 28 यूनिटां दा काम पिया आ, मतलब 42 यूनिटां दा काम होर पिया आ। सो 42 यूनिटां दा काम जिहड़ा आ अपने कोल होर पिया आ। सो हुण इह किद्दां करोगे, हाँ जी दसो बेटा किद्दां करांगे हुण क्वेश्चन नूं आपां। हाँ जी, सो 60 यूनिट टोटल आ, विचों 28 यूनिटां दा काम हो चुका आ। रिमेनिंग किन्ने यूनिट पे आ बेटा 42, 42 रिमेनिंग पे आ। टोटल किन्ने आ 60। सो कट दईए 6 7 दा 42, 6 10 दा 60। सो टोटल अपने कोल 7/10 जेड़ा काम होर पिया। रिपीट करन लगी बेटा क्वेश्चन, ए ने 15 दिन काम किया, बी ने 20 दिन काम किया, दोनों का एलसीएम आ गया बेटा जी 60। 15 के टेबल च 60 4 ते, 20 के टेबल च 60 3 ते। ठीक है जी। सो दोनों ने किन्ने यूनिटां दा काम कर लिया, टोटल 4 दिन काम करना है, 4 + 3 7। सो 7 यूनिटां दोनों की एफिशिएंसी पावर आ, 4 दिनों च इन्होंने 28 यूनिटां दा काम कर लिया। टोटल कितना काम आ बेटा जी, टोटल 60 यूनिटां दा काम आ, विचों 28 यूनिटां दा काम हो गया। रिमेनिंग कितना काम पिया आ 60 चों 28 माइनस किते 32 आ गया। ठीक है जी। हुण उन्होंने पूछा कितना काम पिया बेटा लेफ्ट, 32 लेफ्ट पे आ। टोटल किन्ने आ 60। सो आपां कट दईए 4 दे टेबल ते, 4 8 32, 4 दे टेबल च 60 15, 8/15 काम होर पिया आ। सो व्हाट इज द आंसर, ए ऑप्शन। सो टोटल काम सीगा बेटा 60, विचों 28 यूनिटां दा काम कर लिया इन्हां ने 4 दिनां च, 32 यूनिट पिछे पे आ। 32 टोटल किन्ने आ 60। उन्होंने यही पूछा पूरे टोटल काम का कितना हिस्सा पिया, 32 यूनिटां दा काम होर पिया, टोटल 60 आ। सो 4 दे टेबल ते कट के अपने कोल 8/15 आंसर आ गया। सो ये भी क्वेश्चन बहुत इंपॉर्टेंट है। जो जे इन्होंने पूछा हुंदा 4 दिनां च कितना काम कर लिया 28, पिछे कितना काम रह गया 32। हुणे 32 यूनिटां दे काम नूं ए ते बी किन्ने दिनां च करोगे, ए ते बी दी एफिशिएंसी 7 आ, मतलब 32/7 दिन लगोगे। इदां दे भी क्वेश्चंस आ जाने। अगला क्वेश्चन देखो की कहंदे, ए किसी जमीन दे 2/5वें हिस्से विच 6 दिनां विच खेती कर सकता है। ए कोल कोई जमीन आ, ਉਹਦਾ 2/5ਵਾਂ हिस्सा आ, ਉਹਦੇ ਤੇ ਇਹਨੇ खेती करनी, ਇਹਨੂੰ 6 दिन लगते आ। बेटा देखो कोई भी काम आ, अगर ਉਹ ਆਪਾਂ कोई काम पूरे दिनां च करना आ, ठीक है, होल वर्क पूरा काम अगर कुछ दिन च कंप्लीट हो रहा, मतलब एन डेज च कंप्लीट हो रहा आ। जे मैं कहां कि मैनू एक दिन च कितना काम मेरा होएगा, तो आपां ਉਹਦਾ कर दांगे 1/n। ऐदी ਉਹ ਕਹਿੰਦੇ बेटा कभी भी तुहाडे कोल फ्रैक्शन आ, ठीक है, वो फ्रैक्शन जिहड़ी आ दूसरी साइड जाके वो रिवर्स हो जाऊगी। हुण कहंदे एक कोल कोई हिस्सा आ,
ਉਹਦਾ A ਜਿਹੜਾ ਆ 2/5 ਕੰਮ ਕਿੰਨੇ ਦਿਨਾਂ 'ਚ ਕਰਦਾ ਆ 6 ਦਿਨਾਂ 'ਚ। ਤਾਂ A ਜਿਹੜਾ ਆ ਪੂਰਾ ਕੰਮ ਜੇ ਉਹਨੂੰ ਦਿੱਤਾ ਜਾਵੇ ਤਾਂ ਉਹ ਕਿੰਨੇ ਦਿਨਾਂ 'ਚ ਕਰੂਗਾ 6 ਗੁਣਾ ਇਹ 2/5 ਇੱਧਰ ਆ ਕੇ ਕੀ ਹੋ ਗਿਆ ਉਲਟਾ ਹੋ ਗਿਆ ਕਿੰਨਾ ਬਣ ਗਿਆ 5/2। ਸੋ ਇਹ ਪੂਰੇ ਕੰਮ ਨੂੰ ਕਿੰਨੇ ਦਿਨਾਂ 'ਚ ਖਤਮ ਕਰੂਗਾ 15 ਦਿਨਾਂ 'ਚ। ਅੱਗੇ ਕੀ ਕਹਿੰਦੇ B ਉਸੇ ਜ਼ਮੀਨ ਦੇ 1/3 ਹਿੱਸੇ ਵਿੱਚ 10 ਦਿਨਾਂ ਵਿੱਚ ਖੇਤੀ ਕਰਦਾ ਹੈ। B ਕੋਲ ਕੁਝ ਹਿੱਸਾ ਆ ਜ਼ਮੀਨ ਦਾ ਤੀਜਾ ਹਿੱਸਾ ਆ ਠੀਕ ਹੈ ਉਹਨੇ ਕੰਮ ਕਰਨਾ ਆ ਉਹ ਤੀਜੇ ਹਿੱਸੇ ਤੇ ਕੰਮ ਕਰ ਰਿਹਾ ਹੈ 10 ਦਿਨਾਂ 'ਚ। ਤਾਂ B ਜਿਹੜਾ ਆ ਪੂਰਾ ਕੰਮ ਹੋਲ ਵਰਕ ਨੂੰ ਕਿੰਨਾ ਟਾਈਮ ਲਗਾਏਗਾ 10 ਗੁਣਾ 3/1 ਯਾਨੀ ਕਿ 30 ਦਿਨ। A ਕੱਲਾ ਲੈ ਰਿਹਾ ਬੇਟਾ 15 ਦਿਨ B ਕੱਲਾ ਲੈ ਰਿਹਾ 30 ਦਿਨ। ਹੁਣ A ਅਤੇ B ਮਿਲ ਕੇ ਕੰਮ ਕਰਦੇ ਹੋਏ 4/5 ਜ਼ਮੀਨ ਦੀ ਖੇਤੀ ਕਰ ਸਕਦੇ ਹਨ। ਹੁਣ A ਤੇ B ਨੇ ਮਿਲ ਕੇ ਕੰਮ ਕੀਤਾ। ਹਾਂਜੀ ਬੇਟਾ A ਕਿੰਨੇ ਦਿਨ ਲੈ ਰਿਹਾ ਆ 15 ਦਿਨ B ਕਿੰਨੇ ਦਿਨ ਲੈ ਰਿਹਾ ਆ 30 ਦਿਨ ਠੀਕ ਹੈ ਦੋਨਾਂ ਦਾ ਕਾਮਨ ਕਿੰਨਾ ਆ ਗਿਆ 30 15 ਦੂਣਾ 30 30 ਏਕਮ 30 ਦੋਨਾਂ ਦੀ ਐਫੀਸ਼ੀਐਂਸੀ ਕਿੰਨੀ ਆ ਗਈ ਬੇਟਾ 2 + 1 3। ਹੁਣ ਆਪਾਂ ਕੱਢਾਂਗੇ ਟਾਈਮ। ਸੋ ਦੋਨਾਂ ਨੇ ਬੇਟਾ ਟਾਈਮ ਕੀ ਹੁੰਦਾ ਵਰਕ ਕਿੰਨਾ 30 ਦੋਨਾਂ ਦੀ ਐਫੀਸ਼ੀਐਂਸੀ ਕਿੰਨੀ ਆ 3। ਸੋ ਦੋਨਾਂ ਨੇ ਮਿਲ ਕੇ ਬੇਟਾ 10 ਦਿਨਾਂ 'ਚ ਜਿਹੜਾ ਕੰਮ ਆ ਉਹ ਕਰ ਲਿਆ ਪੂਰਾ ਕੰਮ 10 ਦਿਨਾਂ 'ਚ ਕਰ ਲਿਆ। ਪਰ ਕੁਐਸਚਨ ਇਹ ਆ ਗਿਆ ਬੇਟਾ ਹੁਣ ਦੇਖੋ 10 ਦਿਨ ਵੀ ਆਪਸ਼ਨ 'ਚ ਹੈਗਾ ਜੇ ਤਾਂ ਉਹਨਾਂ ਨੇ ਕਿਹਾ ਹੁੰਦਾ ਕਿ A ਤੇ B ਮਿਲ ਕੇ ਪੂਰਾ ਕੰਮ ਕਿੰਨੇ ਦਿਨਾਂ 'ਚ ਕਰਦੇ ਆਪਣੇ ਕੋਲ ਆਨਸਰ ਸੀਗਾ 10। ਪਰ ਉਹਨਾਂ ਨੇ ਕਿਹਾ ਕਿ A ਤੇ B ਨੇ ਸਿਰਫ 4/5 ਹਿੱਸਾ ਹੀ ਕਰਨਾ ਆ ਪੂਰਾ ਜ਼ਮੀਨ ਦਾ ਹਿੱਸਾ ਨਹੀਂ ਕਰਨਾ। ਸੋ 4/5 ਹਿੱਸਾ ਕਰਨਾ ਆ ਤਾਂ ਕਿੰਨਾ ਟਾਈਮ ਲੱਗੂਗਾ 5 ਦੂਣੀ 10 4 ਦੂਣੀ 8 ਦਿਨਾਂ 'ਚ। ਉਹਨੇ ਪੂਰੀ ਜ਼ਮੀਨ ਨਹੀਂ ਕਰਨੀ ਸਿਰਫ ਜ਼ਮੀਨ ਦਾ 4/5 ਪਾਰਟ ਹੀ ਕਰਨਾ ਆ ਤਾਂ ਓਬਵੀਅਸਲੀ ਹਿੱਸਾ ਘੱਟ ਕਰਨਾ। ਜੇ ਪਹਿਲੇ 10 ਦਿਨ ਲੱਗਦੇ ਸੀ ਤਾਂ ਹੁਣ ਕਿੰਨੇ ਲੱਗਦੇ ਪਏ ਆ 8 ਦਿਨ ਲੱਗੂਗੇ 4/5 ਹਿੱਸੇ ਨੂੰ ਕੰਪਲੀਟ ਕਰਨ 'ਚ। ਸਮਝ ਲੱਗ ਗਿਆ ਕੁਐਸਚਨ। ਸੋ ਧਿਆਨ ਨਾ ਕਰਨਾ ਜਦੋਂ ਵੀ ਬੇਟਾ ਲੈਫਟ ਸਾਈਡ ਤੇ ਤੁਹਾਨੂੰ ਕੋਈ ਫ੍ਰੈਕਸ਼ਨ ਦਿੱਤੀ ਆ ਹਮੇਸ਼ਾ ਉਹਨੇ ਰਾਈਟ ਸਾਈਡ ਤੇ ਜਾ ਕੇ ਕੀ ਹੋ ਜਾਣਾ ਰਿਵਰਸ। ਇਸ ਚੀਜ਼ ਦਾ ਧਿਆਨ ਰੱਖਣਾ। A 2/5 ਪਾਰਟ ਕਰ ਰਿਹਾ ਤਾਂ A ਪੂਰਾ ਪਾਰਟ 6 ਗੁਣਾ 5/2 A ਜ਼ਮੀਨ ਦੇ ਪੂਰੇ ਪਾਰਟ ਨੂੰ 15 ਦਿਨਾਂ 'ਚ ਕਰ ਰਿਹਾ B ਪੂਰੇ ਪਾਰਟ ਨੂੰ 30 ਦਿਨਾਂ 'ਚ ਕਰ ਰਹੇ ਦੋਨੋਂ ਮਿਲ ਕੇ ਪੂਰੇ ਪਾਰਟ ਨੂੰ 10 ਦਿਨਾਂ 'ਚ ਕਰ ਰਹੇ ਆ। ਅਗਰ ਪੂਰਾ ਪਾਰਟ ਬੇਟਾ 10 ਦਿਨਾਂ 'ਚ ਹੋ ਰਿਹਾ ਤਾਂ 4/5 ਪਾਰਟ ਕਿੰਨੇ ਦਿਨਾਂ 'ਚ ਹੋਏਗਾ 8 ਦਿਨਾਂ ਦੇ ਵਿੱਚ ਠੀਕ ਹੈ। ਅਗਲਾ ਕੁਐਸਚਨ ਦੇਖੋ ਕੀ ਕਹਿੰਦੇ ਆ ਇਹ ਇੱਕ ਕੰਮ ਦੇ ਹਿੱਸੇ ਨੂੰ 18 ਦਿਨਾਂ ਵਿੱਚ ਕਰ ਸਕਦਾ ਹੈ। A ਨੂੰ ਹੁਣ ਕੋਈ ਕੰਮ ਦਿੱਤਾ ਆ ਠੀਕ ਹੈ ਉਹ A ਕਿੰਨੇ ਦਿਨਾਂ 'ਚ ਕਰਦਾ ਪਿਆ ਆ 18 ਦਿਨਾਂ 'ਚ ਅਤੇ B ਉਹੀ ਕੰਮ A ਦੁਆਰਾ ਲਏ ਗਏ ਅੱਧੇ ਸਮੇਂ ਵਿੱਚ ਕਰਦਾ ਹੈ। B ਨੇ ਵੀ ਉਹੀ ਕੰਮ ਲਿੱਤਾ ਪਰ B ਅੱਧਾ ਟਾਈਮ ਲੈ ਰਿਹਾ। ਜੇ A ਨੇ 18 ਦਿਨ ਲਿੱਤੇ ਤਾਂ B ਕਿੰਨੇ ਦਿਨ ਲਊਗਾ ਬੇਟਾ 9 ਦਿਨ। ਫਿਰ ਇਕੱਠੇ ਕੰਮ ਕਰਨਾ ਉਹ ਕਿਸੇ ਕੰਮ ਦਾ ਕਿਹੜਾ ਹਿੱਸਾ ਇੱਕ ਦਿਨ ਵਿੱਚ ਪੂਰਾ ਕਰ ਸਕਦਾ ਹੈ। ਹੁਣ ਦੋਨੋਂ ਇਕੱਠੇ ਕੰਮ ਕਰਦੇ ਆ ਪਹਿਲੇ ਤਾਂ ਇਹ ਕਿਹਾ 18 ਤੇ 9 ਦਾ ਬੇਟਾ ਕੋਮਨ ਐਲਸੀਐਮ 18 ਦੇ ਟੇਬਲ 'ਚ 18 1 ਤੇ 9 ਦੇ ਟੇਬਲ 'ਚ 18 2 ਤੇ ਕਲੀਅਰ ਆ ਬੇਟਾ। ਸੋ ਕਿੰਨਾ ਟਾਈਮ ਲੱਗੂਗਾ ਟਾਈਮ ਕੀ ਹੁੰਦਾ ਵਰਕ ਓਵਰ ਐਫੀਸ਼ੀਐਂਸੀ ਵਰਕ ਕਿੰਨਾ ਟੋਟਲ 18 ਦੋਨਾਂ ਦੀ ਐਫੀਸ਼ੀਐਂਸੀ ਕਿੰਨੀ ਆ 1 + 2 3। ਸੋ ਦੋਨੋਂ ਮਿਲ ਕੇ ਪੂਰਾ ਕੰਮ ਕਿੰਨੇ ਦਿਨਾਂ 'ਚ ਕਰੋਗੇ ਬੇਟਾ 6 ਦਿਨਾਂ 'ਚ। ਹੋਲ ਵਰਕ ਪੂਰਾ ਕੰਮ ਆਪਾਂ ਪੂਰਾ ਕੰਮ ਕੱਢਿਆ ਨਾ 6 ਦਿਨਾਂ 'ਚ ਕੰਪਲੀਟ ਹੋਏਗਾ ਤਾਂ 1 ਡੇ 'ਚ ਕਿੰਨਾ ਕੰਮ ਹੋਏਗਾ ਬੇਟਾ ਸੋ 1 ਡੇ 'ਚ ਕਿੰਨਾ ਕੰਮ ਹੋਏਗਾ ਸਿਰਫ 1/6। ਮੈਂ ਕਿਉਂ ਕੱਢਿਆ ਇਸ ਕੁਐਸਚਨ ਕਿਉਂਕਿ ਮੈਨੂੰ ਕਿਹਾ ਆ ਇਕੱਠੇ ਕੰਮ ਕਰਨਾ ਉਹ ਕਿਸੇ ਕੰਮ ਦਾ ਕਿਹੜਾ ਹਿੱਸਾ ਇੱਕ ਦਿਨ ਵਿੱਚ ਪੂਰਾ ਕਰ ਸਕਦਾ ਹੈ। ਅਗਰ ਤਾਂ ਇਹ ਕਿਹਾ ਹੁੰਦਾ ਦੋਨੋਂ ਮਿਲ ਕੇ ਇਕੱਠੇ ਕਿੰਨੇ ਦਿਨਾਂ ਵਿੱਚ ਖਤਮ ਕਰੋਗੇ ਆਪਣਾ ਆਨਸਰ ਸੀ 6। ਹੁਣ ਉਹਨਾਂ ਨੇ ਕਿਹਾ ਇੱਕ ਦਿਨ ਵਿੱਚ ਕਿੰਨਾ ਕੰਮ ਕਰੋਗੇ ਇੱਕ ਦਿਨ ਵਿੱਚ ਸਿਰਫ ਉਹਦਾ 1/6। ਸੋ ਆਨਸਰ ਆ ਗਿਆ ਆਪਣੇ ਕੋਲ A ਆਪਸ਼ਨ ਠੀਕ ਹੈ। ਸੋ ਅਲੱਗ-ਅਲੱਗ ਟਾਈਪਸ ਆਈ ਜਾਊਗੀਆਂ ਬੇਟਾ। ਸੋ ਧਿਆਨ ਨਾਲ ਕਨਸੈਪਟ ਕਰਨਾ ਧਿਆਨ ਨਾਲ ਕੁਐਸਚਨ ਕਰਨਾ। ਕੁਐਸਚਨ ਸਟਾਰਟ ਉਦਾਂ ਹੀ ਹੋਣਾ ਜਿਹਦੇ ਦਿਨ ਗਿਵਨ ਆ ਉਹਦਾ ਆਪਾਂ ਕਾਮਨ ਐਲਸੀਐਮ ਲੈ ਕੇ ਉਹਦੀ ਐਫੀਸ਼ੀਐਂਸੀ ਕੱਢ ਕੇ ਫਿਰ ਦੇਖੋ ਅੱਗੇ ਕੁਐਸਚਨ ਦੀ ਕੀ ਡਿਮਾਂਡ ਆਉਂਦੀ ਠੀਕ ਹੈ। ਅਗਲਾ ਕੁਐਸਚਨ ਦੇਖੀਏ ਹੁਣ A B ਅਤੇ C ਹੁਣ 3 ਜਾਣੇ ਆ ਗਏ ਇੱਕ ਕੰਮ ਨੂੰ ਕ੍ਰਮਵਾਰ 24 6 ਅਤੇ 12 ਦਿਨਾਂ ਵਿੱਚ ਪੂਰਾ ਕਰ ਸਕਦੇ ਹਨ। ਹਾਂਜੀ A ਕਿੰਨੇ ਦਿਨ ਲੈ ਰਿਹਾ ਬੇਟਾ 24 ਦਿਨ B ਲੈ ਰਿਹਾ 6 ਦਿਨ C ਲੈ ਰਿਹਾ 12 ਦਿਨ। ਇਕੱਠੇ ਕੰਮ ਕਰਦੇ ਹੋਏ ਉਸੇ ਕੰਮ ਨੂੰ ਪੂਰਾ ਕਰਨਗੇ। ਹੁਣ ਤਿੰਨੋਂ ਕਿੰਨੇ ਦਿਨਾਂ 'ਚ ਕੰਮ ਖਤਮ ਕਰੋਗੇ 24 6 ਤੇ 12 ਦਾ ਬੇਟਾ ਕਾਮਨ ਕਿੰਨਾ ਆ ਗਿਆ 24। ਇਹਦਾ ਮਤਲਬ ਟੋਟਲ ਕਿੰਨਾ ਕੰਮ ਕਰਨਾ ਹੈ 24 ਯੂਨਿਟਾਂ ਦਾ 24 ਦੇ ਟੇਬਲ 'ਚ 1 ਤੇ 6 ਦੇ ਟੇਬਲ 'ਚ 4 ਤੇ 12 ਦੇ ਟੇਬਲ 'ਚ 2 ਦੇ 12 ਦੂਣਾ 24। ਹੁਣ ਤਿੰਨੋਂ ਮਿਲ ਕੇ ਟਾਈਮ ਕੱਢਣਾ A B C ਤਿੰਨੋਂ ਮਿਲ ਕੇ ਕੰਮ ਨੂੰ ਕਿੰਨੇ ਦਿਨਾਂ 'ਚ ਖਤਮ ਕਰੋਗੇ ਵਰਕ ਓਵਰ ਐਫੀਸ਼ੀਐਂਸੀ
टोटल काम कितना बेटा 24। एफिशिएंसी 1 + 4 5 5 ਤੇ 2 7 ਤਿੰਨਾਂ ਦੀ ਐਫੀਸ਼ੀਐਂਸੀ ਕਿੰਨੀ ਆ ਗਈ 7। ਹੁਣ ਕਿਉਂਕਿ ਮੈਨੂੰ ਤਿੰਨਾਂ ਦੀ ਪੁੱਛੀ ਸੀ, ਜੇ A ਤੇ B ਦੀ ਪੁੱਛੀ ਹੁੰਦੀ ਫਿਰ 4 ਤੇ 1 5 ਲੈਣਾ ਸੀ। 24/7 ਹਾਂਜੀ 24/7 7/24 ਹੈ। ਜੇ ਇੱਕ ਦਿਨ ਚ ਕਿਹਾ ਹੁੰਦਾ ਫਿਰ ਉਲਟਾ ਕਰਨਾ ਸੀ। ਹਾਂਜੀ 24/7 ਦੀ ਆਪਾਂ ਫ੍ਰੈਕਸ਼ਨ ਬਣਾ ਦਈਏ ਕਿਉਂਕਿ ਆਨਸਰ ਮਿਕਸ ਫ੍ਰੈਕਸ਼ਨ ਚ ਆ। ਸੋ ਕਿੰਨਾ ਆ ਗਿਆ 3 ਸਹੀ 3/7 ਦਿਨ। A B C ਤਿੰਨੋਂ ਮਿਲ ਕੇ 3 ਸਹੀ 3/7 ਦਿਨ ਲਓਗੇ ਤਾਂ ਕੰਮ ਕੰਪਲੀਟ ਹੋਊਗਾ। ਪਹਿਲੇ 2 ਜਾਣੇ ਚੱਲ ਰਹੇ ਸੀ, ਹੁਣ ਮੈਂ 3 ਜਾਣੇ ਤੇ ਲਈ A B ਤੇ C। ਠੀਕ ਹੈ, ਹੁਣ ਅੱਗੇ ਆ ਜਾਓ। ਹਾਂਜੀ ਅਗਲਾ ਕੁਐਸਚਨ ਵੀ ਬਹੁਤ ਇੰਪੋਰਟੈਂਟ ਆ। A ਅਤੇ B 12 ਦਿਨਾਂ ਵਿੱਚ ਇੱਕ ਕੰਮ ਕਰ ਸਕਦੇ ਹਨ। ਹਾਂਜੀ A ਤੇ B ਦੋਨੋਂ ਦੱਸਿਆ ਹੋਇਆ, ਅਤੇ ਆ ਗਿਆ ਜਾਂ ਐਂਡ ਆ ਗਿਆ ਤਾਂ ਆਪਾਂ ਵਿੱਚ ਪਲੱਸ ਲਗਾਉਂਦੇ ਆ ਬੇਟਾ। ਜੇ ਔਰ ਆ ਗਿਆ ਜਾਂ ਆ ਗਿਆ ਆਪਾਂ ਇਜ਼ ਇਕੁਅਲ ਟੂ ਲਗਾਵਾਂਗੇ, ਉਹ ਵੀ ਕਨਸੈਪਟ ਸਮਝਾਉਂਗੇ। A ਅਤੇ B ਦੋਨੋਂ ਮਿਲ ਕੇ 12 ਦਿਨਾਂ 'ਚ ਕੰਮ ਕਰਦੇ ਆ। B ਅਤੇ C 15 ਦਿਨਾਂ ਵਿੱਚ। B ਅਤੇ C ਦੋਨੋਂ ਮਿਲ ਕੇ ਕਿੰਨੇ ਦਿਨ ਕੰਮ ਕਰਦੇ 15 ਦਿਨ। C ਅਤੇ A 20 ਦਿਨਾਂ ਵਿੱਚ। C ਤੇ A ਦੋਨੋਂ ਮਿਲ ਕੇ ਕਿੰਨੇ ਦਿਨ ਲੈਂਦੇ ਆ 20 ਦਿਨ। ਜੇਕਰ A B ਅਤੇ C ਮਿਲ ਕੇ ਕੰਮ ਕਰਦੇ ਹਨ ਤਾਂ ਉਹ ਇਸ ਵਿੱਚ ਕੰਮ ਪੂਰਾ ਕਰਨਗੇ। ਹਾਂਜੀ ਹੁਣ ਕੁਐਸਚਨ ਇਹ ਆ ਗਿਆ, ਅਗਰ A B C ਤਿੰਨੋਂ ਮਿਲ ਕੇ ਕੰਮ ਕਰਨ ਤਾਂ ਉਹ ਕੰਮ ਕਿੰਨੇ ਦਿਨਾਂ 'ਚ ਖਤਮ ਕਰੋਗੇ, ਮਤਲਬ ਤਿੰਨਾਂ ਦਾ ਟਾਈਮ ਪੁੱਛਿਆ। ਦੇਖੋ ਬੇਟਾ ਕੁਐਸਚਨ ਨੂੰ ਸਟਾਰਟ ਉਦਾਂ ਹੀ ਕਰਨਾ। 12 15 ਤੇ 20 ਦਾ ਕਾਮਨ ਐਲਸੀਐਮ ਕਿੰਨਾ ਆ ਗਿਆ 60। 12 ਦੇ ਟੇਬਲ 'ਚ 60 5 ਤੇ, 15 ਦੇ ਟੇਬਲ 'ਚ 60 4 ਤੇ, 20 ਦੇ ਟੇਬਲ 'ਚ 60 3 ਤੇ। ਹੁਣ ਕੀ ਕਰਨਾ, ਮਤਲਬ ਦਿਮਾਗ 'ਚ ਇਹੀ ਆਣਾ 5 4 9 9 ਤੇ 3 12। ਚਲੋ ਜੀ ABC ਦੀ ਐਫੀਸ਼ੀਐਂਸੀ ਆ ਗਈ 12, 60 ਨਾਲ ਡਿਵਾਈਡ ਕਰ ਦੇਣਾ। 60/12 5, ਆਪਸ਼ਨ 'ਚ 5 ਵੀ ਹੈਗਾ। ਪਰ ਬੇਟਾ ਜਦੋਂ ਤੁਹਾਨੂੰ ਮੈਂ ਕਿਹਾ ਕਿ ਉੱਪਰ ਆ ਪਲੱਸ ਕਰਦੇ ਆ ਨਾਲ ਉੱਪਰ ਵੀ ਨਜ਼ਰ ਮਾਰਨੀ ਆ। ਹੁਣ ਤੱਕ ਅਸੀਂ ਕੀ ਕੀਤਾ, ਕੱਲਾ A ਸੀ ਜਾਂ ਕੱਲਾ B ਸੀ ਤੇ ਆਪਾਂ A + B ਦੀ ਐਫੀਸ਼ੀਐਂਸੀ ਪਲੱਸ ਕਰ ਲੈਂਦੇ ਸੀ, ਜਾਂ ਕੱਲਾ A ਸੀ ਕੱਲਾ B ਕੱਲਾ C ਆਪਾਂ ਤਿੰਨਾਂ ਦੀ ਐਫੀਸ਼ੀਐਂਸੀ ਕਰਦੇ ਸੀ। ਹੁਣ ਉਹਨਾਂ ਨੇ ਵੀ ਇਹੀ ਕਿਹਾ ABC ਤਿੰਨਾਂ ਦੀ ਐਫੀਸ਼ੀਐਂਸੀ ਕੱਢੋ। ਬੇਟਾ ਇੱਥੇ ਕੀ ਆ A + B B + C C + A, ਜਦੋਂ ਮੈਂ ਇਹਨਾਂ ਨੂੰ ਪਲੱਸ ਕੀਤਾ ਆ ਉੱਪਰ ਵੀ ਤਾਂ ਪਲੱਸ ਹੋਊਗੇ। A ਕਿੰਨੀ ਵਾਰ ਆ ਬੇਟਾ 2 ਵਾਰ 2A। B ਕਿੰਨੀ ਵਾਰ ਆ 2 ਵਾਰ ਯਾਨੀ ਕਿ 2B। C ਕਿੰਨੀ ਵਾਰ ਆ 2C। ਹੁਣ ਪਲੱਸ ਹੋਈ ਐਫੀਸ਼ੀਐਂਸੀ 5 4 9 ਤੇ 3 12। ਠੀਕ ਹੈ ਜੀ, 2 ਕਾਮਨ ਕੱਢ ਲਿਆ। A + B + C ਕਿੰਨਾ ਆ ਗਿਆ 12। 2 ਇੱਧਰ ਆ ਕੇ ਡਿਵਾਈਡ ਹੋ ਗਿਆ ਤਾਂ A + B + C ਦੀ ਐਫੀਸ਼ੀਐਂਸੀ ਕਿੰਨੀ ਆ ਗਈ 12/2 6। ਆਪਾਂ ਕੋ ਤਿੰਨਾਂ ਦੀ ਐਫੀਸ਼ੀਐਂਸੀ ਚਾਹੀਦੀ ਸੀ। ਟਾਈਮ ਕੀ ਹੁੰਦਾ ਵਰਕ ਓਵਰ ਐਫੀਸ਼ੀਐਂਸੀ। ਬੇਟਾ ਟੋਟਲ ਕੰਮ ਕਿੰਨਾ ਆ 60, ਐਫੀਸ਼ੀਐਂਸੀ ਕਿੰਨੀ ਆਈ ਤਿੰਨਾਂ ਦੀ 6। ਸੋ 60/6 10 ਦਿਨ। A B C ਤਿੰਨੋਂ ਮਿਲ ਕੇ ਕੰਮ ਨੂੰ 10 ਦਿਨਾਂ ਦੇ ਵਿੱਚ ਖਤਮ ਕਰੋਗੇ। ਸਮਝ ਲੱਗ ਗਿਆ ਕੁਐਸਚਨ। ਸੋ ਰਿਪੀਟ, A ਤੇ B 12 ਦਿਨ ਲੈਂਦੇ, B ਤੇ C 15 ਦਿਨ ਲੈਂਦੇ, C ਤੇ E 20 ਦਿਨ ਲੈਂਦੇ। ਕਾਮਨ ਐਲਸੀਐਮ ਵਗੈਰਾ ਲੈ ਲਿਆ। ਠੀਕ ਹੈ, A B C ਦੀ ਮੈਂ ਐਫੀਸ਼ੀਐਂਸੀ ਬੇਟਾ ਡਾਇਰੈਕਟ ਪਲੱਸ ਕਰਕੇ 12 ਨਾਲ ਲਿਖ ਦਿਓ। ਇਸ ਚੀਜ਼ ਦਾ ਧਿਆਨ ਰੱਖੋ, ਜਦੋਂ आप ਪਲੱਸ ਮਾਈਨਸ ਕਰਦੇ ਆ ਤਾਂ ਉੱਪਰ ਵੀ ਨਜ਼ਰ ਮਾਰੋ ਕਿ ਆਪਾਂ ਕਰੈਕਟ ਕਰ ਰਹੇ ਆ। A ਤੇ A 2 ਵਾਰ ਆ ਗਿਆ, B ਤੇ B 2 ਵਾਰ ਆ ਗਿਆ, C ਤੇ C ਵੀ 2 ਵਾਰ ਆ ਗਿਆ। ਇਸ ਕਰਕੇ ਟਵਾਈਸ ਆਫ ਪਲੱਸ ਹੋ ਰਿਹਾ, 2 ਇੱਧਰ ਆ ਕੇ ਆਪਾਂ ਡਿਵਾਈਡ ਕਰ ਦਾਂਗੇ। ਠੀਕ ਹੈ, ਸੋ A B C ਦੀ ਐਫੀਸ਼ੀਐਂਸੀ ਆ ਗਈ 6। ਸੋ ਤਿੰਨੋਂ ਮਿਲ ਕੇ ਕੰਮ ਨੂੰ 10 ਦਿਨਾਂ 'ਚ ਪੂਰਾ ਕਰਦੇ। ਹਾਂਜੀ ਬੇਟਾ ਇੱਦਾਂ ਦਾ ਕੁਐਸਚਨ ਬਹੁਤ ਇੰਪੋਰਟੈਂਟ ਆ। ਇੱਥੇ ਤੁਹਾਨੂੰ ਆ ਗਿਆ ਕਿ A B C ਤਿੰਨੋਂ ਮਿਲ ਕੇ ਕੰਮ 10 ਦਿਨ 'ਚ ਕਰਦੇ। ਹੁਣ ਇੱਥੇ ਕੁਐਸਚਨ ਇਹ ਵੀ ਪੁੱਛਿਆ ਸਕਦਾ, ਕੱਲਾ A ਕੰਮ ਨੂੰ ਕਿੰਨੇ ਦਿਨਾਂ 'ਚ ਖਤਮ ਕਰੇਗਾ, ਕੱਲਾ B ਕੰਮ ਨੂੰ ਕਿੰਨੇ ਦਿਨਾਂ 'ਚ ਖਤਮ ਕਰੇਗਾ, ਕੱਲਾ C ਕੰਮ ਨੂੰ ਕਿੰਨੇ ਦਿਨਾਂ 'ਚ ਖਤਮ ਕਰੇਗਾ। ਇੱਦਾਂ ਵੀ ਕੁਐਸਚਨ ਆ ਸਕਦਾ ਹੈ। ਇਹ ਵੀ ਕੁਐਸਚਨ ਤੁਹਾਡੇ ਅੱਗੇ ਮੈਂ ਪਾਇਆ ਹੋਇਆ ਆ। ਸੋ ਪਲੀਜ਼ ਕਨਸੈਪਟ ਨੂੰ ਧਿਆਨ ਨਾਲ ਸਮਝਣਾ, ਇਹ ਕੁਐਸਚਨਸ ਬਹੁਤ ਇੰਪੋਰਟੈਂਟ ਆ। ਅਗਲਾ ਕੁਐਸਚਨ ਦੇਖੋ। ਹਾਂਜੀ A ਅਤੇ B ਇੱਕ ਕੰਮ ਨੂੰ 72 ਦਿਨਾਂ ਵਿੱਚ ਕਰ ਸਕਦੇ ਹਨ। ਹਾਂਜੀ A ਤੇ B ਲੈ ਰਹੇ 72 ਦਿਨ, B ਅਤੇ C 120 ਦਿਨਾਂ ਵਿੱਚ ਕਰਦੇ ਆ। ਹਾਂਜੀ B ਤੇ C 120 ਦਿਨ, ਅਤੇ A ਅਤੇ C ਇਸ ਨੂੰ 90 ਦਿਨਾਂ ਵਿੱਚ ਕਰਦੇ ਆ। ਸੇਮ ਉੱਦਾਂ ਦਾ ਹੀ ਕੁਐਸਚਨ ਆ ਗਿਆ। ਦੁਬਾਰਾ ਕੁਐਸਚਨ ਪਾਉਣ ਦਾ ਪਰਪਸ ਇਹ ਹੁੰਦਾ ਤਾਂ ਕਿ ਤੁਹਾਨੂੰ ਕੁਐਸਚਨ ਅੱਛੀ ਤਰ੍ਹਾਂ ਕਲੀਅਰ ਹੋ ਜਾਵੇ ਤੇ ਤੁਹਾਡੀ ਸਪੀਡ ਬਣ ਜਾਵੇ। ਤਿੰਨੋਂ ਇਕੱਠੇ ਕਿੰਨੇ ਦਿਨਾਂ ਵਿੱਚ ਕੰਮ ਕਰ ਸਕਦੇ ਹਨ। ਹੁਣ ਈਜ਼ੀ ਆਪਾਂ ਨੂੰ, ਕਿਉਂਕਿ ਮੈਥਡ ਸਮਝ ਲੱਗ ਗਿਆ। ਹਾਂਜੀ ਬੇਟਾ 72 120 ਤੇ 90 ਦਾ ਐਲਸੀਐਮ ਕਿੰਨਾ ਆ ਗਿਆ 360। 72 ਦੇ ਟੇਬਲ 'ਚ 5 ਤੇ, 120 ਦੇ ਟੇਬਲ 'ਚ 3 ਤੇ, 90 ਦੇ ਟੇਬਲ 'ਚ 4 ਤੇ। ਹਾਂਜੀ ਆਈ ਹੋਪ ਇੱਥੇ ਤੱਕ ਕਲੀਅਰ ਹੋ ਗਿਆ ਹੋਣਾ ਸਾਰਿਆਂ ਨੂੰ।
हाँ जी, हुण दसो अगे की करना। हाँ जी, हुण अगे की करांगे आपां। ए बी सी तिन्नां दा टाइम कढना है कि ए बी सी तीनों मिल के काम नूं किन्ने दिनां च खत्म करोगे? टाइम टाइम की हुंदा वर्क ओवर एफिशिएंसी है ना। हाँ जी बेटा, हुण तिन्नां दी एफिशिएंसी 5 4 9 ते 3 12 उपर जदों प्लस किता अगेन 2a + 2b + 2c किहदे बराबर आ गया 12। हाँ जी बेटा, 2 कॉमन आ गया, 2 इधर आके की हो गया डिवाइड 12/2 6। सो सीधे थोड़ा रिमूव करना आपां स्टैप्स नूं, एने स्टैप्स नहीं आपां वधाने, ठीक है। सो तिन्नां दी एफिशिएंसी कितनी आ गई 6। वर्क कितना आ 360, तिन्नां दी एफिशिएंसी कितनी आई 6। सो तीनों मिलके काम नूं किन्ने दिनां च खत्म कर सकदे आ 60 दिनां च। सो व्हाट इज द आंसर? सी ऑप्शन। आई होप क्लीयर हो गया होना कंसेप्ट। तीनों मिलके काम नूं 60 दिनां दे विच खत्म कर सकदे आ, ठीक है। हाँ जी, अगला क्वेश्चन देखिए की कहंदे हुण। एक आदमी, एक औरत ਅਤੇ ਇੱਕ ਲੜਕਾ ਕ੍ਰਮਵਾਰ 3 4 ਅਤੇ 12 ਦਿਨਾਂ ਵਿੱਚ ਇੱਕ ਕੰਮ ਪੂਰਾ ਕਰ ਸਕਦੇ ਹਨ। ਇੱਕ ਮੈਨ ਆ, ਮੈਨ ਕਿੰਨੇ ਦਿਨ ਲੈ ਰਿਹਾ 3 ਦਿਨ। ਇੱਕ ਵਮਨ ਆ, ਉਹ ਕਿੰਨੇ ਦਿਨ ਲੈ ਰਹੀ ਆ 4 ਦਿਨ। ਇੱਕ ਲੜਕਾ ਆ ਯਾਨੀ ਕਿ ਬॉय, ਉਹ 12 ਦਿਨਾਂ ਵਿੱਚ ਕਰਦਾ ਹੈ। ਇੱਕ ਦਿਨ ਦੇ 1/4 ਵਿੱਚ ਕੰਮ ਨੂੰ ਪੂਰਾ ਕਰਨ ਲਈ ਕਿੰਨੇ ਮੁੰਡਿਆਂ ਨੂੰ ਇੱਕ ਆਦਮੀ ਅਤੇ ਇੱਕ ਔਰਤ ਦੀ ਮਦਦ ਕਰਨੀ ਚਾਹੀਦੀ ਹੈ? ਹਾਂਜੀ ਬੇਟਾ, ਹੁਣ ਕੀ ਆ ਗਿਆ ਕੁਐਸਚਨ ਦੇ ਵਿੱਚ? ਦੱਸੋ ਜੀ ਮੈਨੂੰ ਕਿੱਦਾਂ ਕਰਾਂਗੇ ਆਪਾਂ ਕੁਐਸਚਨ? ਹੁਣ ਕਿੰਨੇ, ਹੁਣ ਇਹਦੇ ਥੋੜਾ ਜਿਹਾ ਕੁਐਸਚਨ ਚੇਂਜ ਹੋ ਗਿਆ। ਸਟਾਰਟ ਆਪਾਂ ਉਦਾਂ ਹੀ ਕਰਾਂਗੇ। ਫਿਰ एलसीएम लैके कॉमन एलसीएम कितना आ गया 12, 3 ਦੇ ਟੇਬਲ 'ਚ 12 4 ਤੇ 4 ਦੇ ਟੇਬਲ 'ਚ 12 3 ਤੇ 12 ਦੇ ਟੇਬਲ 'ਚ ਮਤਲਬ ਐਫੀਸ਼ੀਐਂਸੀ ਆ ਗਈ ਮੈਨ ਵਮਨ ਤੇ ਬॉय ਦੀ 4 3 1। ਠੀਕ ਹੈ ਜੀ। ਹੁਣ ਕੀ ਕਹਿੰਦੇ, ਕਹਿੰਦੇ ਕਿੰਨੇ ਮੁੰਡਿਆਂ ਨੂੰ ਇੱਕ ਆਦਮੀ ਅਤੇ ਇੱਕ ਔਰਤ ਦੀ ਮਦਦ ਕਰਨੀ ਚਾਹੀਦੀ ਹੈ। ਹਾਂਜੀ, मैन ते वमन की एफिशिएंसी कितनी आ गई बेटा 4 + 3 7। ठीक है जी, एफिशिएंसी कितनी आ गई 7। ਇਹਦਾ मतलब हाँ जी 1/4 काम पूरा करना है। टोटल काम कितना 12। ठीक है। हाँ जी, ਆਪਾਂ ਕਹਿੰਦੇ ਇੱਕ ਦਿਨ ਦੇ 1/4 ਕੰਮ, टोटल कितना काम है ਇੱਥੇ 12 है ना। तो जे एक दिन च 1/4 काम हो रहा तो 1/4 वर्क इज कंप्लीटेड इन 12। हाँ जी, होल वर्क कितना आ गया बेटा 12 × 4 1/4 12 × 4 कितना हो गया टोटल काम बेटा 48 यूनिट। 48 यूनिट का काम टोटल आ, विचों 7 यूनिटा का काम कर लिया मैन ते वमन ने, तो पिछे किन्ने यूनिट बचे बेटा रिमेनिंग यूनिट्स 48 - 7 41 यूनिट बचे। किन्ने यूनिट बचे पिछे 41 यूनिट बचे आ। हुण 41 यूनिटा दे काम नूं करन लई लड़के ने आना, किन्ने लड़के चाहिए कि काम कंप्लीट हो जाए? नंबर ऑफ बॉयज, हाँ जी बॉयज की एफिशिएंसी कितनी आ 1। 41 यूनिट टोटल आ, हर लड़के की एफिशिएंसी कितनी 1। सो किन्ने बॉयज काम करोगे 41 बॉयज जेडे ओदी हेल्प लई आओगे। आई रिपीट करन लगी बेटा क्वेश्चन। एक मैन आ, एक वमन आ ते एक बॉय आ। मैन किसी काम नूं करन नूं 3 दिन लै रिहा, वमन किसी काम नूं करन नूं 4 दिन लै रही ते लड़का किसी काम नूं करन नूं 12 दिन लै रिहा। हुण कहंदे किन्ने बॉयज ओदी हेल्प लई आउगे? एक आदमी एक मैन ते वमन दी ठीक है हेल्प करनी आ, ਉਹ ਪੂਰੇ ਕੰਮ ਦਾ 1/4 मतलब ਇੱਕ ਦਿਨ ਦੇ 1/4 ਵਿੱਚ ਕੰਮ ਨੂੰ ਪੂਰਾ ਕਰਨਾ। ਕਿ ਕੰਮ ਨੂੰ ਇੱਕ ਦਿਨ ਦੇ 1/4 ਵਿੱਚ ਪੂਰਾ ਕਰਨਾ। ਹਾਂਜੀ, ਟੋਟਲ ਆਪਣੇ ਕੋਲ 12 यूनिटा ਦਾ ਕੰਮ ਆ, 12 × 4 48। 48 यूनिट ਦੇ ਵਿੱਚੋਂ ਬੇਟਾ ਮੈਨੂੰ ਇੰਨਾ ਪਤਾ ਲੱਗ ਗਿਆ ਕਿ ਮੈਨ ਤੇ ਵਮਨ ਦੀ ਐਫੀਸ਼ੀਐਂਸੀ 7 ਆ, ਇਹਨਾਂ ਨੇ ਵਿੱਚੋਂ 7 यूनिटा ਦਾ ਕੰਮ ਕਰ ਲਿਆ, ਪਿੱਛੇ ਬਚੇ 41 यूनिट। ਹੁਣ 41 यूनिटा ਦੇ ਕੰਮ ਕਰਨ ਨੂੰ ਕਿੰਨੇ ਲੜਕੇ ਚਾਹੀਦੇ ਆ? ਹਰ ਬॉय ਦੀ ਐਫੀਸ਼ੀਐਂਸੀ ਹੈਗੀ 1। ਸੋ 41/1 41 बॉयज की जरूरत आ सो दैट ਜਿਹੜਾ ਕੰਮ ਆ ਉਹ ਕੰਪਲੀਟ ਹੋ ਜਾਏ। ਠੀਕ ਹੈ, ਸਿਰਫ ਥੋੜਾ ਜਿਹਾ ਕੀ ਆ ਸਟੇਟਮੈਂਟ ਨੂੰ ਚੇਂਜ ਕਰਤਾ ਸੀ, ਬਾਕੀ ਹੋਰ ਕੋਈ ਫਰਕ ਨਹੀਂ। ਅਗਲਾ ਕੁਐਸਚਨ ਦੇਖੋ। ਹਾਂਜੀ, A ਅਤੇ B 10 ਦਿਨਾਂ ਵਿੱਚ ਇੱਕ ਕੰਮ ਕਰ ਸਕਦੇ ਹਨ। A ਅਤੇ B ਕਿੰਨੇ ਦਿਨ 10 ਦਿਨ। B ਅਤੇ C 15 ਦਿਨਾਂ ਵਿੱਚ, B ਤੇ C 15 ਦਿਨ ਲੈ ਰਹੇ, C ਅਤੇ A 20 ਦਿਨਾਂ ਵਿੱਚ। ਹਾਂਜੀ, ਉਸ ਤੋਂ ਬਾਅਦ C ਇਕੱਲੇ ਇਸ ਵਿੱਚ ਕੰਮ ਕਰ ਸਕਦੇ। ਹਾਂਜੀ, ਹੁਣ ਪੁੱਛਿਆ ਸੀ ਕੱਲਾ ਕੰਮ ਨੂੰ ਕਿੰਨੇ ਦਿਨਾਂ 'ਚ ਖਤਮ ਕਰੇਗਾ। ਇਟ ਮੀਨਸ ਮੇਰੇ ਕੋ ਵਰਕ ਚਾਹੀਦਾ ਤੇ ਐਫੀਸ਼ੀਐਂਸੀ ਚਾਹੀਦੀ। ਕਿਹਦੀ ਐਫੀਸ਼ੀਐਂਸੀ? ਜਿਹਦੇ ਦਿਨ ਕੱਢਣੇ ਆ, ਜਿਹਦਾ ਟਾਈਮ ਕੱਢਣਾ, ਮਤਲਬ ਸੀ ਦੀ ਐਫੀਸ਼ੀਐਂਸੀ।
मैं दस के आई सी जो पिछे क्वेश्चन करवाया सी कि सानू कल्ले ए दा भी पूछा जा सकदा, कल्ले बी दा, कल्ले सी दा। हुण तक तुसी किता सी ए बी सी तीनों मिल के। हाँ जी देखो बेटा 10 15 ते 20 दा कॉमन एलसीएम आ गया 60। 10 ਦੇ ਟੇਬਲ 'ਚ 60 6 ਤੇ 15 ਦੇ ਟੇਬਲ 'ਚ 4 ਤੇ 20 ਦੇ ਟੇਬਲ 'ਚ 3 ਤੇ। ਹਾਂਜੀ ਬੇਟਾ ਜੇ ਆਪਾਂ ਪਲੱਸ ਕਰੀਏ ਟਵਾਈਸ ਆਫ A है ना 2B प्लस 2C कितनी आ गई 6 4 10 ਤੇ 3 13। ठीक है 2 कॉमन कट लिया A प्लस B प्लस C 13/2 कितना आ गया 6.5। सो ਤਿੰਨਾਂ ਦੀ ਐਫੀਸ਼ੀਐਂਸੀ ਕਿੰਨੀ ਆ ਗਈ ਬੇਟਾ 6.5। ਹੁਣ ਮੈਨੂੰ ਇਹ ਨਹੀਂ ਪੁੱਛਿਆ ਕਿ A B C ਤਿੰਨੋਂ ਮਿਲ ਕੇ ਕੰਮ ਨੂੰ ਕਿੰਨੇ ਦਿਨਾਂ 'ਚ ਕਰੋਗੇ। ਅਗਰ ਇਹ ਪੁੱਛਿਆ ਹੁੰਦਾ ਫਿਰ ਮੈਂ 60 ਨੂੰ 6.5 ਨਾਲ ਡਿਵਾਈਡ ਕਰ ਦੇਣਾ ਸੀ। ਹੁਣ ਮੈਨੂੰ C ਦਾ ਪੁੱਛਿਆ बेटा A B C ਤਿੰਨਾਂ ਦੀ ਐਫੀਸ਼ੀਐਂਸੀ 6.5 ਆ ਮੈਨੂੰ ਕੱਲੇ C ਦੀ ਚਾਹੀਦੀ। A ਤੇ B ਦੀ ਐਫੀਸ਼ੀਐਂਸੀ ਕਿੰਨੀ ਆ 6। ਲਓ ਜੀ ਇੱਥੇ ਪੁੱਟ ਕਰ ਦਈਏ A ਤੇ B ਦੀ ਐਫੀਸ਼ੀਐਂਸੀ ਕਿੰਨੀ ਆ ਬੇਟਾ 6 ਤਾਂ ਕੱਲੇ C ਦੀ ਕਿੰਨੀ ਹੋ ਗਈ 6.5 ਦੇ ਵਿੱਚੋਂ ਆਪਾਂ 6 ਕੀ ਕਰ ਦਾਂਗੇ ਮਾਈਨਸ। ਦੇਖੋ ਬੇਟਾ ਜੇ ਤਿੰਨਾਂ ਦੀ ਐਫੀਸ਼ੀਐਂਸੀ 6.5 ਆ ਵਿੱਚੋਂ A ਤੇ B ਦੀ ਸਿਰਫ 6 ਆ ਤਾਂ ਕੱਲੇ C ਦੀ ਕਿੰਨੀ ਹੋ ਗਈ 0.5। ਬਸ ਟੋਟਲ ਕੰਮ ਕਿੰਨਾ ਬੇਟਾ 60। C ਦੀ ਐਫੀਸ਼ੀਐਂਸੀ ਕਿੰਨੀ ਆ 0.5। ਹਾਂਜੀ पॉइंट ਦਾ 10 ਉੱਪਰ ਚਲਾ ਜਾਏਗਾ नीचे ਕੀ ਆ ਗਿਆ 5। 5 2 जा 10 60 ਨੂੰ 2 ਨਾਲ ਮਲਟੀਪਲਾਈ ਕੀਤਾ 120। ਓਬਵੀਅਸਲੀ C ਕੱਲਾ ਆ C ਕੱਲਾ ਕੰਮ ਨੂੰ ਕਿੰਨੇ ਦਿਨਾਂ 'ਚ ਖਤਮ ਕਰੇਗਾ 120 ਦਿਨਾਂ 'ਚ। ਜੇ ਬੇਟਾ ਮੈਨੂੰ ਇੱਥੇ ਪੁੱਛਿਆ ਹੁੰਦਾ ਕੱਲਾ B ਕੰਮ ਨੂੰ ਕਿੰਨੇ ਦਿਨਾਂ 'ਚ ਖਤਮ ਕਰੇਗਾ A B C ਤਿੰਨਾਂ ਦੀ ਐਫੀਸ਼ੀਐਂਸੀ 6.5 ਆ ਮੈਨੂੰ B ਦੀ ਐਫੀਸ਼ੀਐਂਸੀ ਚਾਹੀਦੀ ਤਾਂ ਮੈਂ A ਤੇ C ਦੀ ਪੁੱਟ ਕਰੂੰਗੀ ਵਿੱਚੋਂ A ਤੇ C ਦੀ ਐਫੀਸ਼ੀਐਂਸੀ ਕਿੰਨੀ ਆ 3 ਤਾਂ B ਦੀ ਕਿੰਨੀ ਆ ਜਾਊਗੀ 3.5 ਮਾਈਨਸ ਕਰਕੇ। ਸੋ ਜਿਹਦਾ ਟਾਈਮ ਪੁੱਛਿਆ ਆ ਆਪਾਂ ਉਹਦੀ ਐਫੀਸ਼ੀਐਂਸੀ ਕੱਢਣੀ ਆ। ਹੁਣ ਤਿੰਨਾਂ ਦੀ ਐਫੀਸ਼ੀਐਂਸੀ 6.5 ਸੀ ਵਿੱਚੋਂ A ਤੇ B ਦੀ 6 ਸੀ ਤਾਂ ਕੱਲੇ C ਦੀ 0.5 ਆ ਗਈ। ਠੀਕ ਹੈ ਹਾਂਜੀ ਅਗਲਾ ਕੁਐਸਚਨ ਦੇਖੋ ਕੀ ਕਹਿੰਦੇ ਇਹ 4 ਘੰਟਿਆਂ ਵਿੱਚ ਇੱਕ ਕੰਮ ਕਰ ਸਕਦਾ ਹੈ। ਹਾਂਜੀ ਇਹ ਦੱਸਿਆ ਹੋਇਆ ਕਿੰਨਾ ਟਾਈਮ ਲੈ ਰਿਹਾ 4 ਘੰਟੇ B ਅਤੇ C 3 ਘੰਟਿਆਂ ਵਿੱਚ ਕਰ ਸਕਦੇ ਹਨ। ਹਾਂਜੀ B ਤੇ C 3 ਘੰਟੇ ਲੈ ਰਹੇ ਆ ਓਕੇ। ਉਸ ਤੋਂ ਬਾਅਦ A ਅਤੇ C ਇਸ ਨੂੰ 2 ਘੰਟਿਆਂ ਵਿੱਚ ਕਰ ਸਕਦੇ ਹਨ। A ਤੇ C ਕਿੰਨਾ ਟਾਈਮ ਲੈ ਰਹੇ ਆ 2 ਘੰਟੇ। ਠੀਕ ਹੈ B ਇਕੱਲੇ ਇਸ ਨੂੰ ਕਰਨ ਲਈ ਕਿੰਨਾ ਸਮਾਂ ਲਵੇਗਾ। ਹਾਂਜੀ ਆਪਾਂ ਕੀ ਕਰਨਾ B ਦਾ ਟਾਈਮ ਕੱਢਣਾ B ਦਾ ਟਾਈਮ ਵਰਕ ਓਵਰ ਐਫੀਸ਼ੀਐਂਸੀ। ਠੀਕ ਹੈ ਹਾਂਜੀ 4 3 ਤੇ 2 ਦਾ ਕਾਮਨ ਐਲਸੀਐਮ ਪਹਿਲੇ ਲਵਾਂਗੇ 12। 4 ਦੇ ਟੇਬਲ 'ਚ 12 3 ਤੇ 3 ਤੇ ਟੇਬਲ 'ਚ 12 4 ਤੇ 2 6 ਦਾ 12 ਇਹ ਤਿੰਨਾਂ ਦੀ ਐਫੀਸ਼ੀਐਂਸੀ ਆਈ। ਹੁਣ ਬੇਟਾ ਮੈਨੂੰ ਕੱਲੇ B ਦਾ ਪੁੱਛਿਆ ਆ B ਪੁੱਛਿਆ ਹੁਣ ਮੇਰੇ ਕੋਲ B ਦੀ ਐਫੀਸ਼ੀਐਂਸੀ ਹੋਣੀ ਚਾਹੀਦੀ। ਕਿੱਦਾਂ ਕਰਾਂਗੇ ਬੇਟਾ ਕੁਐਸਚਨ ਮੈਨੂੰ A ਦੀ ਐਫੀਸ਼ੀਐਂਸੀ ਤਾਂ ਪਤਾ 3 ਆ A ਤੇ C ਦੀ ਐਫੀਸ਼ੀਐਂਸੀ ਕਿੰਨੀ ਬੇਟਾ 6। ਦੇਖੋ ਕੱਲੇ A ਦੀ ਐਫੀਸ਼ੀਐਂਸੀ ਕਿੰਨੀ ਬੇਟਾ 3 A ਤੇ C ਦੀ ਐਫੀਸ਼ੀਐਂਸੀ ਕਿੰਨੀ ਆ 6 ਤਾਂ ਮੈਂ ਇੱਥੇ A ਦੀ ਪੁੱਟ ਕਰ ਸਕਦੀ ਆ 3 ਜੇ A ਦੀ 3 ਆ ਤਾਂ C ਦੀ ਵੀ ਕਿੰਨੀ ਆ ਗਈ 3 ਹੁਣ A ਦੀ ਵੀ 3 C ਦੀ ਵੀ 3 ਮੈਨੂੰ ਚਾਹੀਦੀ ਪਰ B ਦੀ ਆ। ਹਾਂਜੀ B plus C ਦੀ ਐਫੀਸ਼ੀਐਂਸੀ ਕਿੰਨੀ ਆ 4 ਵਿੱਚੋਂ C ਦੀ ਕਿੰਨੀ ਆਪਾਂ ਹੁਣੇ ਕੱਢੀ 3 ਜੇ C ਦੀ 3 ਆ ਤਾਂ B ਦੀ ਕਿੰਨੀ ਹੋ ਗਈ 4 - 3 1 B ਦੀ ਐਫੀਸ਼ੀਐਂਸੀ ਜਿਹਦਾ ਟਾਈਮ ਉਹਦੀ ਐਫੀਸ਼ੀਐਂਸੀ B ਦੀ ਐਫੀਸ਼ੀਐਂਸੀ ਕਿੰਨੀ 1 B ਦਾ ਟੋਟਲ ਵਰਕ ਕਿੰਨਾ ਆ 12 ਸੋ ਕੀ ਆਨਸਰ ਆ ਗਿਆ 12/1 12 ਘੰਟੇ। B ਪੂਰੇ ਕੰਮ ਨੂੰ ਕਿੰਨੇ ਦਿਨਾਂ 'ਚ ਖਤਮ ਕਰ ਸਕਦਾ ਆ 12 ਘੰਟਿਆਂ 'ਚ ਯਾਨੀ ਕਿ B ਆਪਸ਼ਨ। ਬਸ ਜੇ C ਦਾ ਪੁੱਛਿਆ ਹੁੰਦਾ ਬੇਟਾ 12/3 4 ਘੰਟੇ A ਦਾ ਪੁੱਛਿਆ ਹੁੰਦਾ A ਦੀ ਐਫੀਸ਼ੀਐਂਸੀ ਕਿੰਨੀ 3 12/3 4 ਘੰਟੇ। ਠੀਕ ਹੈ ਸੋ A ਦਾ ਤਾਂ ਚਲੋ ਦਿੱਤਾ ਵੀ ਆ 4 ਘੰਟੇ A ਦਾ ਹੁਣ ਇਹ ਨਹੀਂ ਜ਼ਰੂਰੀ ਨਹੀਂ ਕਿਸੇ ਵੀ ਤਰ੍ਹਾਂ ਕੁਐਸਚਨ ਹੋ ਸਕਦਾ। ਹੁਣ ਕੱਲੇ A ਦਾ ਪਤਾ ਸੀ ਫਿਰ B plus C ਦਾ ਪਤਾ ਸੀ ਫਿਰ A plus C ਦਾ ਪਤਾ ਸੀ ਆਪਾਂ ਨੂੰ। ਠੀਕ ਹੈ ਉਹਦੇ ਬੇਸਿਸ ਤੇ ਉਹਨਾਂ ਨੇ ਇਹ ਪੁੱਛਿਆ ਸੀ ਕੱਲਾ B ਕੰਮ ਨੂੰ ਕਿੰਨੇ ਘੰਟਿਆਂ 'ਚ ਖਤਮ ਕਰ ਸਕਦਾ ਆ ਕੱਲੇ B ਦਾ B ਦੀ ਐਫੀਸ਼ੀਐਂਸੀ ਆਈ ਬੇਟਾ 1 ਵਰਕ ਕਿੰਨਾ 12 ਸੋ ਵਰਕ ਓਵਰ ਐਫੀਸ਼ੀਐਂਸੀ ਯਾਨੀ ਕਿ 12 ਘੰਟਿਆਂ 'ਚ B ਜਿਹੜਾ ਕੰਮ ਨੂੰ ਕਰ ਸਕਦਾ ਹੈ। ਠੀਕ ਹੈ ਹਾਂਜੀ ਅਗਲਾ ਕੁਐਸਚਨ ਦੇਖੀਏ A ਅਤੇ B ਕਿਸੇ ਕੰਮ ਨੂੰ ਕ੍ਰਮਵਾਰ 15 ਦਿਨਾਂ ਅਤੇ 10 ਦਿਨਾਂ ਵਿੱਚ ਪੂਰਾ ਕਰ ਸਕਦੇ ਹਨ। ਹਾਂਜੀ A ਕਿਸੇ ਕੰਮ ਨੂੰ ਲੈ ਰਿਹਾ 15 ਦਿਨ B ਕਿਸੇ ਕੰਮ ਨੂੰ ਲੈ ਰਿਹਾ 10 ਦਿਨ। ਠੀਕ ਹੈ ਉਹਨਾਂ ਨੇ 30,000 ਵਿੱਚ ਕੰਮ ਪੂਰਾ ਕਰਨ ਦਾ ਠੇਕਾ ਲਿਆ ਦੋਨਾਂ ਨੂੰ A ਤੇ B ਨੂੰ 30,000 ਰੁਪਇਆ ਮਿਲਣਾ ਇਕਰਾਰਨਾਮੇ ਵਿੱਚ A ਦਾ ਹਿੱਸਾ ਕਿੰਨਾ ਹੋਵੇਗਾ। ਹਾਂਜੀ ਟੋਟਲ A ਤੇ B ਨੂੰ 30,000 ਰੁਪਇਆ ਦੇਣਾ ਵਿੱਚੋਂ A ਨੂੰ ਕਿੰਨੇ ਪੈਸੇ ਮਿਲੂਗੇ ਤੇ B ਨੂੰ ਕਿੰਨੇ ਪੈਸੇ। ਹਾਂਜੀ ਬੇਟਾ 15 ਤੇ 10 ਦਾ ਕਾਮਨ ਐਲਸੀਐਮ
30 15 ਦੇ ਟੇਬਲ 'ਚ 15 दूना 30 10 3 30 ਉਹਨਾਂ ਨੂੰ ਬੇਟਾ ਉਹਨਾਂ ਦੀ ਐਫੀਸ਼ੀਐਂਸੀ ਦੇ ਹਿਸਾਬ ਨਾਲ ਪੈਸੇ ਮਿਲੂਗੇ। ਐਫੀਸ਼ੀਐਂਸੀ ਕਿੰਨੀ ਆਈ A ਤੇ B ਦੀ 2 ਤੇ 3 ਠੀਕ ਹੈ। ਹਾਂਜੀ ਟੋਟਲ ਟੋਟਲ ਕਿੰਨੇ ਪੈਸੇ ਆ 30,000 ਰੁਪਈਆ 30,000 ਰੁਪਈਆ ਦੇਣਾ ਦੋਨਾਂ ਨੂੰ। ਹਾਂਜੀ 2 3 ਰੇਸ਼ੋ 'ਚ 2 ਤੇ 3 5 ਯੂਨਿਟ ਦੀ ਵੈਲਿਊ 30,000 1 ਯੂਨਿਟ ਦੀ ਵੈਲਿਊ ਕਿੰਨੀ ਹੋਗੀ 6,000 ਠੀਕ ਹੈ ਜੀ। ਹਾਂਜੀ A ਦਾ ਹਿੱਸਾ ਪੁੱਛਿਆ A ਦੇ ਕਿੰਨੇ ਯੂਨਿਟ ਆ ਬੇਟਾ 2 ਅਗਰ 1 ਯੂਨਿਟ ਦੀ ਵੈਲਿਊ 6,000 ਆ ਤਾਂ 2 ਯੂਨਿਟਾਂ ਦੀ ਕਿੰਨੀ ਹੋਗੀ 6 ਦੂਨੀ 12,000 ਬਸ। ਸੋ ਕਿੰਨਾ ਆਨਸਰ ਆ ਗਿਆ ਡੀ ਆਪਸ਼ਨ। B ਦਾ ਹਿੱਸਾ ਪੁੱਛਿਆ ਹੁੰਦਾ 1 ਯੂਨਿਟ ਦੀ 6,000 B ਦੇ 3 ਯੂਨਿਟ 3 ਗੁਣਾ 6 18,000 ਆ ਜਾਣਾ ਸੀ ਠੀਕ ਹੈ। ਸੋ 30,000 ਦੇ ਵਿੱਚੋਂ A ਨੂੰ ਮਿਲਿਆ 12,000 ਰੁਪਈਆ ਤੇ B ਨੂੰ ਮਿਲਿਆ 18,000 ਰੁਪਈਆ ਬਸ। ਹੁਣ ਕੁਛ ਨਹੀਂ ਸੀਗਾ ਹੁਣ ਇਹਦੇ ਚ ਉਹਨਾਂ ਨੇ ਕੱਲੇ ਕੱਲੇ ਦਾ ਨਹੀਂ ਪੁੱਛਿਆ ਕੱਲੇ ਕੱਲੇ ਦਾ ਪਤਾ ਸੀ ਇਕੱਠਾ ਕੰਮ ਨਹੀਂ ਪੁੱਛਿਆ ਹੁਣ ਕੁਛ ਮਨੀ ਦੇਤੀ ਹੁਣ ਇਹ ਪੁੱਛਿਆ ਆ ਕਿ ਕੱਲੇ ਕੱਲੇ ਕੋਲ ਸ਼ੇਅਰ ਕਿੰਨਾ ਆਊਗਾ A ਕੋਲ ਕਿੰਨਾ ਸ਼ੇਅਰ ਆਊਗਾ ਜਾਂ B ਕੋਲ ਕਿੰਨਾ ਸ਼ੇਅਰ ਆਊਗਾ ਠੀਕ ਹੈ। ਅਗਲਾ ਕੁਐਸਚਨ ਦੇਖੋ ਬੇਟਾ ਇਹ ਇੱਕ ਕੰਮ ਦੇ 2 ਹਿੱਸੇ ਨੇ 1/2 ਹਿੱਸੇ ਨੂੰ 5 ਦਿਨਾਂ ਵਿੱਚ ਕਰ ਸਕਦਾ ਹੈ। A ਨੂੰ ਕੋਈ ਕੰਮ ਦਿੱਤਾ ਬੇਟਾ 1/2 ਕੰਮ ਆ ਉਹ 5 ਦਿਨਾਂ 'ਚ ਪੂਰਾ ਕਰ ਸਕਦਾ। ਜੇ ਮੈਂ ਕਹਾਂ ਕਿ ਇਹ ਪੂਰਾ ਕੰਮ ਕਿੰਨੇ ਦਿਨਾਂ 'ਚ ਖਤਮ ਕਰੇਗਾ ਦੱਸਿਆ ਸੀ ਨਾ ਫ੍ਰੈਕਸ਼ਨ ਇੱਧਰ ਆ ਕੇ ਉਲਟੀ ਹੋ ਜਾਏਗੀ 5 ਗੁਣਾ 2/1 ਯਾਨੀ ਕਿ 10 ਦਿਨ ਠੀਕ ਹੈ ਜੀ। ਇਹ ਲੈ ਰਿਹਾ 10 ਦਿਨ। ਹਾਂਜੀ ਅੱਗੇ ਦੇਖੋ B ਉਸੇ ਕੰਮ ਨੂੰ 9 ਦਿਨਾਂ ਵਿੱਚ ਕਰ ਸਕਦਾ ਹੈ। ਹਾਂਜੀ B ਕੰਮ ਦੇ 3/5 ਹਿੱਸੇ ਨੂੰ ਮਿਸਿੰਗ ਇੱਥੇ ਸੋ B ਬੇਟਾ ਜੀ 3/5 ਕੰਮ ਆ 9 ਦਿਨਾਂ ਵਿੱਚ ਪੂਰਾ ਕਰ ਸਕਦਾ ਹੈ ਤਾਂ B ਪੂਰਾ ਕੰਮ ਕਿੰਨੇ ਦਿਨਾਂ 'ਚ ਕਰੇਗਾ 9 ਗੁਣਾ 5/3 ਹਾਂਜੀ B ਕਿੰਨੇ ਦਿਨ ਲੈ ਰਿਹਾ ਜੀ 3 × 5 15 ਦਿਨ। ਹੁਣ C 2/3 ਹਿੱਸਾ 8 ਦਿਨਾਂ ਵਿੱਚ ਪੂਰਾ ਕਰਦਾ ਹੈ। C ਨੇ ਕੰਮ ਦਾ 2/3 ਹਿੱਸਾ ਆ ਉਹ 8 ਦਿਨਾਂ 'ਚ ਪੂਰਾ ਕਰਦਾ ਹੈ ਤਾਂ ਪੂਰਾ ਕੰਮ ਕਿੰਨੇ ਦਿਨਾਂ 'ਚ ਕਰੇਗਾ 8 ਗੁਣਾ 3/2 4 ਤੀਏ 12 ਬਸ ਠੀਕ ਹੈ ਜੀ। C ਕਿੰਨਾ ਟਾਈਮ ਲੈ ਰਿਹਾ 12 ਦਿਨ A ਲੈ ਰਿਹਾ 10 ਦਿਨ B 15 C 12 ਫ੍ਰੈਕਸ਼ਨ ਇੱਧਰ ਆ ਕੇ ਉਲਟੀ ਕੀਤੀ ਬਸ ਤਿੰਨੋਂ ਹੀ ਇਕੱਠੇ ਕਿੰਨੇ ਦਿਨਾਂ ਵਿੱਚ ਕਰਦੇ ਹਨ ਬਸ। ਹੁਣ ਤਾਂ ਸਪੀਡ ਬਣਨੀ ਚਾਹੀਦੀ 10 15 ਤੇ 12 ਦਾ 60 10 ਤੇ 10 6 60 15 4 60 12 5 60 ਹਾਂਜੀ A plus B plus C ਦਾ ਟਾਈਮ ਵਰਕ ਕਿੰਨਾ ਬੇਟਾ 60 ਹੁਣ ਕੱਲੇ A ਦੀ ਐਫੀਸ਼ੀਐਂਸੀ 6 B ਦੀ 4 C ਦੀ 5 6 4 10 ਤੇ 5 15 ਤਿੰਨਾਂ ਦੀ ਐਫੀਸ਼ੀਐਂਸੀ 15 60/15 4 ਸੋ ਤਿੰਨੋਂ ਮਿਲ ਕੇ ਕੰਮ ਨੂੰ ਕਿੰਨੇ ਦਿਨਾਂ 'ਚ ਖਤਮ ਕਰੋਗੇ ਬੇਟਾ 4 ਦਿਨਾਂ 'ਚ ਠੀਕ ਹੈ। ਸਿੰਪਲ ਹੀ ਸੀ ਕੁਐਸਚਨ। ਹੁਣ ਵੈਸੇ ਸਾਨੂੰ ਦਿਨ ਨਹੀਂ ਸੀ ਗਿਵਨ ਇੱਕ ਫ੍ਰੈਕਸ਼ਨ ਦਿੱਤੀ ਸੀਗੀ ਫ੍ਰੈਕਸ਼ਨ ਇੱਧਰ ਆ ਕੇ ਰਿਵਰਸ ਕਰੀਏ ਤਾਂ ਆਪਾਂ ਦਿਨ ਕੱਢੀਏ ਠੀਕ ਹੈ। ਹਾਂਜੀ ਅਗਲਾ ਕੁਐਸਚਨ ਦੇਖੋ ਕੀ ਕਹਿੰਦੇ ਆ ਇੱਕ ਆਦਮੀ ਅਤੇ ਇੱਕ ਲੜਕੇ ਨੂੰ ਉਹਨਾਂ ਦੇ ਇਕੱਠੇ ਕੀਤੇ ਕੰਮ ਲਈ 5 ਦਿਨਾਂ ਦੀ ਮਜ਼ਦੂਰੀ ਵਜੋਂ 1800 ਪ੍ਰਾਪਤ ਕੀਤੇ। ਇੱਕ ਆਦਮੀ ਇੱਕ ਮੈਨ ਤੇ ਇੱਕ ਬॉय ਨੂੰ ਬੇਟਾ 1800 ਰੁਪਈਆ ਮਿਲਿਆ ਠੀਕ ਹੈ ਕਿੰਨੇ ਦਿਨਾਂ ਦਾ 5 ਦਿਨਾਂ ਦਾ ਕੰਮ ਕਰਨ ਦਾ। ਤਾਂ ਜੇ ਮੈਂ ਕਹਾਂ 5 ਦਿਨਾਂ ਦਾ ਉਹਨਾਂ ਨੂੰ ਬੇਟਾ 1800 ਰੁਪਈਆ ਦੇਤਾ ਇੱਕ ਦਿਨ ਦਾ ਕਿੰਨਾ ਪੈਸੇ ਮਿਲੇ ਉਹਨਾਂ ਨੂੰ 1800/5 ਮੈਨੂੰ ਪਤਾ ਲੱਗ ਜਾਏਗਾ 360 ਰੁਪਏ। ਮੈਨ ਤੇ ਇੱਕ ਮੈਨ ਆ ਇੱਕ ਬॉय ਆ ਉਹਨਾਂ ਨੂੰ ਇੱਕ ਦਿਨ ਦੇ ਕਿੰਨੇ ਪੈਸੇ ਮਿਲੇ ਬੇਟਾ 360 ਰੁਪਏ ਠੀਕ ਹੈ। ਫਿਰ ਕਹਿੰਦੇ ਆਦਮੀ ਦੀ ਕੁਸ਼ਲਤਾ ਮੁੰਡੇ ਨਾਲੋਂ ਦੁੱਗਣੀ ਹੁੰਦੀ ਹੈ। ਆਦਮੀ ਮੈਨ ਦੀ ਜਿਹੜੀ ਐਫੀਸ਼ੀਐਂਸੀ ਪਾਵਰ ਆ ਮੁੰਡੇ ਨਾਲੋਂ ਦੁੱਗਣੀ ਮਤਲਬ ਕੀ ਰੇਸ਼ੋ ਬਣ ਗਈ 2:1 ਮਤਲਬ ਮੈਨ ਜਿਹੜਾ ਆ ਹਾਂਜੀ ਮੈਨ ਜਿਹੜਾ ਆ ਉਹ ਜ਼ਿਆਦਾ ਐਫੀਸ਼ੀਐਂਟ ਆ ਮਤਲਬ ਦੁੱਗਣੀ ਐਫੀਸ਼ੀਐਂਸੀ ਨਾਲ ਕੰਮ ਕਰਦਾ। ਜਿੰਨੀ ਜ਼ਿਆਦਾ ਐਫੀਸ਼ੀਐਂਸੀ ਆ ਜਿੰਨਾ ਜ਼ਿਆਦਾ ਕੈਪੇਬਲ ਆ ਉਨਾ ਉਹਨੂੰ ਟਾਈਮ ਘੱਟ ਲੱਗੇਗਾ। ਹਾਂਜੀ ਬੇਟਾ ਐਫੀਸ਼ੀਐਂਸੀ 2:1 ਪੈਸੇ ਕਿੰਨੇ ਮਿਲਦੇ ਪਏ ਇਹਨਾਂ ਨੂੰ ਟੋਟਲ 360 ਰੁਪਏ ਇੱਕ ਦਿਨ ਦੇ 2 + 1 3 3 ਯੂਨਿਟ ਦੀ ਵੈਲਿਊ 360 1 ਯੂਨਿਟ ਦੀ ਵੈਲਿਊ 360/3 ਯਾਨੀ ਕਿ 120। ਮੁੰਡੇ ਦੀ ਦਿਹਾੜੀ ਕੀ ਹੈ ਬॉय ਦੇ ਕਿੰਨੇ ਯੂਨਿਟ ਆ ਹਾਂਜੀ ਬॉय ਦੇ ਕਿੰਨੇ ਯੂਨਿਟਸ ਆ ਜੀ 1805 ਦਿਨਾਂ ਦਾ ਹਾਂਜੀ ਠੀਕ ਹੈ ਜੀ 360 1 ਯੂਨਿਟ ਦੀ ਵੈਲਿਊ 120 ਮੁੰਡੇ ਦੀ ਦਿਹਾੜੀ ਦੇ 1 ਯੂਨਿਟ ਆ 1 ਯੂਨਿਟ ਦੀ ਵੈਲਿਊ ਕਿੰਨੀ ਆ ਗਈ 120 ਸੋ 360 ਦੇ ਵਿੱਚੋਂ ਮੁੰਡੇ ਨੂੰ ਮਿਲਦੇ ਪਏ 120 ਬਾਕੀ ਜਿਹੜੇ ਉਹ ਕਿਹਨੂੰ ਮਿਲੂਗੇ ਮੈਨ ਨੂੰ ਮਿਲੂਗੇ। ਹਾਂਜੀ 120 ਇੱਥੇ ਆਪਸ਼ਨ 'ਚ ਨਹੀਂ ਹੈਗਾ ਸੋ ਆਨਸਰ ਤੁਹਾਡਾ ਆਏਗਾ 120 ਰੁਪੀਸ ਬॉय ਨੂੰ ਕਿੰਨੇ ਮਿਲਦੇ ਪਏ ਆ
120 रुपए। जे 5 दिनां दे पुछे होंदे तां 600 रुपया सीधे। सो मैन ते कहंदे बॉय नूं 1800 रुपया मिलिया 5 दिनां दा। एक दिन दा आपां मैं कढ लिया 360 रुपए मिलते पे। सो रेशो कढ ली 2 + 1 3, 3 यूनिट की वैल्यू 360, 1 यूनिट की कढ ले। जे मैन दे क्या हुंदा तां मैन दे 2 यूनिट नाल मल्टीप्लाई कर देना सी। बॉय दी दिहाड़ी कही, बॉय दे डेली वेजिस कहे, वो 1 यूनिट आ, 1 यूनिट की वैल्यू 120 रुपए। यही तुहाडा आंसर आ। ठीक है बेटा। हाँ जी, अगला क्वेश्चन देखो। एक दिहाड़ीदार मजदूर नूं इत्थे 5750 ਲਈ ਕੁਝ ਦਿਨਾਂ ਲਈ ਲਗਾਇਆ ਗਿਆ। 5750 रुपए कहते देवांगे, कुछ दिनों लिए लगाया गया, पर कुछ दिन गैर हाजिर रहन कारण उसनूं सिर्फ 5000 रुपए दिते गए। उसकी वध तो वध संभव दिहाड़ी की सी? हाँ जी देखो, 5750 रुपए सीगे, ਉਹਨੂੰ सिर्फ 5000 रुपया दिता क्योंकि वो कुछ दिन एबसेंट भी रहा। ਉਹਦੀ ज़्यादा तो ज़्यादा संभव दिहाड़ी कहते की बनती सी? ਉਹਦੇ ਲਈ बेटा ਆਪਾਂ ਜਦੋਂ ज़्यादा तो ज़्यादा ਉਹਦੇ ਲਈ ਆਪਾਂ HCF ਕੱਢਦੇ ਹਾਂ, ਉਹਨੂੰ ਕਹਿੰਦੇ ਹਾਈਐਸਟ ਕਾਮਨ ਫੈਕਟਰ। मतलब ਅਸੀਂ 5750 ਤੇ 5000 ਦਾ ਆਪਾਂ ਕੀ ਕੱਢਾਂਗੇ बेटा जी? HCF। ठीक है, वो कितना आएगा देखो 5750। ਉਹ ਕਿੱਦਾਂ ਕੱਢਣਾ ਦੇਖੋ, ਜਾਂ ਤਾਂ ਬੇਟਾ ਤੁਸੀਂ ਕੀ ਕਰੋ 5700 ਦੇ ਫੈਕਟਰ ਬਣਾਉਣੇ ਸ਼ੁਰੂ ਕਰ ਦਿਓ ਤੇ 5000 ਦੇ ਫੈਕਟਰ ਬਣਾਉਣੇ ਸ਼ੁਰੂ ਕਰ ਦਿਓ। ਜਿਹੜਾ ਫੈਕਟਰ ਸਾਰਿਆਂ 'ਚ ਕਾਮਨ ਆਈ ਗਿਆ ਉਹ ਆਪਣਾ HCF ਹੁੰਦਾ। ठीक है, ये थोड़ा जा मैथड लंबा चला जाता क्योंकि सानू फैक्टर देखने पैंदे। ये डिवीजन मैथड की आ, आपां सिंपल डिवाइड करना। देखो 5750 ते 5000 पहले एक ते जाऊगा 5000। हाँ जी, रिमाइंडर कितना आया 750। हुण बेटा जी किहदे नाल डिवाइड करना? जेड़ा पहले बाहर सी हुण उहनूं अंदर लिखना, यानी कि 5000 नूं हुण अंदर लिखांगे। हाँ जी 750 नूं 5000 नाल आपां कीता, पहले कित्थे जाएगा ये 45। हाँ जी, पूरा पूरा ये 6 ते गया, पूरा पूरा नहीं सोई। कितना आ गया अपने कोल 4500। 5000 चो 4500 माइनस कितना 500। हुण अंदर की आएगा बेटा 750। एक ते जाऊगा, कितना आ गया 500 ते 750 चो 500 माइनस कितना 250। अंदर की आएगा हुण 500। ਜਦੋਂ तक पूरा पूरा डिवाइड नहीं हो जाता उदों तक ਆਪਾਂ ਕਰਾਂਗੇ। 250 ਦੇ ਟੇਬਲ 'ਚ 500 2 ਤੇ। ਸੋ ਕੀ ਆਨਸਰ ਆ ਗਿਆ 0। ਹਾਂਜੀ, ਕਦੋਂ 0 ਆਨਸਰ ਹੈ? ਜਦੋਂ ਆਪਾਂ ਡਿਵਾਈਡ ਕਿਹਦੇ ਨਾਲ ਕੀਤਾ 250 ਨਾਲ। ਸੋ ਕੀ HCF ਆ ਗਿਆ ਬੇਟਾ ਜੀ 250। ਸੋ ਉਹਦੀ ਜਿਹੜੀ ਮੈਕਸਿਮਮ ਤੋਂ ਮੈਕਸਿਮਮ ਜ਼ਿਆਦਾ ਤੋਂ ਜ਼ਿਆਦਾ ਦਿਹਾੜੀ ਉਹਦੀ ਕੀ ਬਣਦੀ ਸੀ 250 ਰੁਪਈਆ। ਸੋ ਆਨਸਰ ਇਜ਼ ਬੀ ਆਪਸ਼ਨ। ਠੀਕ ਹੈ, ਚਾਹੇ ਬੇਟਾ ਤੁਸੀਂ 5750 ਦੇ ਫੈਕਟਰਸ ਬਣਾ ਲਓ। ठीक है, जो भी फैक्टर्स कॉमन आई गए वो भी 250 ही आने आ जो तुसी बनाओगे। ये डिवीजन मैथड आ 5750। ठीक है, 5000 पहले एक ते 750, फिर 5000 नूं अंदर, फिर अगली बार 750 नूं अंदर, फिर 500 नूं। उदों तक डिवाइड करना और डेफिनेटली डिवाइड होएगा उदों तक करना जदों तक जीरो नहीं आ जाता। ठीक है, जीरो आया जदों आपां 250 नाल डिवाइड किया। इस करके वो जिहड़ा मजदूर आ ओदी एक दिन की दिहाड़ी कितनी आ 250 रुपया। ठीक है, अगला क्वेश्चन देखो। ए 20 दिनां विच एक काम दा 4/5 करता है। ए नूं कोई काम दिता बेटा, उन्हें ओदा 4/5 कर रिहा 20 दिनां च, तां पूरा काम किन्ने दिनां च खत्म करेगा बेटा? होल वर्क 20 गुना 5/4 उल्टा हो गया ना। 4 5 20, मतलब ए अपना पूरा काम किन्ने दिनां च कर रिहा 25 दिनां च। ठीक है, फिर की कहते, फिर वो बी नूं कॉल करता है, उन्हें बी नूं बुला लिया अते वो बाकी बचिया काम बेटा 4/5 काम हो गया। बाकी कितना बचिया 1 चों माइनस करांगे। हमेशा फ्रैक्शन नूं 1 चों माइनस करीदा। 1 चों 4/5 माइनस किया बेटा 1/5 अते वो बाकी बचिया काम 3 दिनां विच पूरा कर लेंदे हैं। बाकी कितना काम बचिया बेटा 1/5। किन्ने दिनां विच पूरा करदे पे 3/5। ते पूरा काम हुण क्योंकि बी नूं भी बुला लिया ना, हुण ए ते बी 2 जाने हो गए। पूरा काम 3 गुना 5/1 यानी कि 15 दिनां च। ए कल्ला काम नूं 25 दिनां च कर रिहा। हुण उन्हें बी नूं भी बुला लिया। ए ते बी मिल के पूरे काम नूं 15 दिनां च खत्म कर रहे। बी इकल्ले नूं सारा काम करन लई कितना समा लगेगा? देखोगे बेटा 25 ते 15 दा कॉमन फैक्टर कितना आ गया 75। 25 तीए 75 ते 15 5 75। हुण आपां उन्हां ने पुछिया बी नूं कल्ले नूं काम करन नूं कितना टाइम लगेगा? बी दा टाइम कढना वर्क ओवर एफिशिएंसी। बेटा वर्क कितना आ 75। बी दी एफिशिएंसी कितनी आ? है ही नहीं अपने कोल। हाँ जी, ए दी एफिशिएंसी कितनी बेटा 3। ए ते बी दी एफिशिएंसी कितनी आ अपने कोल 5। जदों ए ते बी दी एफिशिएंसी 5 आ, विचों ए दी 3 आ,
ਤਾਂ B ਦੀ ਕਿੰਨੀ ਹੋਗੀ 5 - 3 2। ਹੁਣ ਆਪਾਂ B ਦੀ ਐਫੀਸ਼ੀਐਂਸੀ ਕੱਢੀ ਏਦਾਂ, ਠੀਕ ਹੈ। ਸੋ 75/2 ਕਿੰਨਾ ਹੋ ਗਿਆ 37.5। ਸੋ B ਕੱਲਾ ਕੰਮ ਨੂੰ ਕਰਨ ਨੂੰ ਕਿੰਨਾ ਟਾਈਮ ਲਏਗਾ 37.5 ਦਿਨ 37 ਸਹੀ 1/2। ਕਲੀਅਰ ਹੋ ਗਿਆ ਕੁਐਸਚਨ, ਬਹੁਤ ਇੰਪੋਰਟੈਂਟ ਕੁਐਸਚਨਸ ਆ। ਹੁਣ ਪਲੀਜ਼ ਇਸ ਚੀਜ਼ ਦਾ ਧਿਆਨ ਰੱਖੋ, ਉਹਨਾਂ ਨੇ ਕੀ ਕਿਹਾ 4/5 ਕੰਮ ਕਰਦਾ ਹੈ, ਫਿਰ ਉਹ ਬਾਕੀ ਬਚਿਆ ਕੰਮ, ਸੋ ਤੁਸੀਂ 4/5 ਤਾਂ ਕੰਮ ਕਰ ਲਿਆ, ਬਾਕੀ ਬਚਿਆ ਕੰਮ ਦੇਖੋ, ਬਚਿਆ ਕਿੰਨਾ ਆ, ਉਹਦਾ 1/5 ਕੰਮ ਬਚਿਆ ਆ, ਠੀਕ ਹੈ। ਉਹ ਕਿੰਨੇ ਦਿਨਾਂ 'ਚ, ਉਹਨੇ ਹੁਣ B ਨੂੰ ਵੀ ਬੁਲਾਇਆ, ਇਹਦਾ ਮਤਲਬ A ਤੇ B ਦੋਨੋਂ ਮਿਲ ਕੇ ਕੰਮ ਕਰ ਰਹੇ ਆ, ਠੀਕ ਹੈ। ਹਾਂਜੀ, ਅਗਲਾ ਕੁਐਸਚਨ ਦੇਖੀਏ। ਇਹ 15 ਦਿਨਾਂ ਵਿੱਚ ਕੰਮ ਦਾ 5/10 ਹਿੱਸਾ ਕਰਦਾ ਹੈ। A ਨੇ 5 ਨਹੀਂ ਬੇਟਾ 10 7 ਆਣਾ ਇੱਥੇ। ਇਹ 7/10 ਕੰਮ ਕਿੰਨੇ ਦਿਨਾਂ 'ਚ ਕਰ ਰਿਹਾ 15 ਦਿਨਾਂ 'ਚ, ਠੀਕ ਹੈ। ਤਾਂ ਹੋਲ ਪੂਰਾ ਕੰਮ ਕਿੰਨੇ ਦਿਨਾਂ 'ਚ ਕਰੇਗਾ 15 ਗੁਣਾ 10/7 ਯਾਨੀ ਕਿ 150/7। ਇਸ ਤੋਂ ਬਾਅਦ ਉਹ B ਦੀ ਮਦਦ ਨਾਲ ਬਾਕੀ ਬਚੇ ਕੰਮ ਨੂੰ, ਹਾਂਜੀ ਬੇਟਾ 7/10 ਕੰਮ ਹੋ ਗਿਆ, ਪਿੱਛੇ ਕਿੰਨਾ ਕੰਮ ਬਚਿਆ 1 ਚੋਂ ਮਾਈਨਸ ਕਰੋ, 1 ਚੋਂ 7/10 ਮਾਈਨਸ ਕੀਤੇ ਕਿੰਨੇ ਰਹਿ ਗਏ 3/10। ਹਾਂਜੀ, B ਦੀ ਮਦਦ ਨਾਲ ਬਾਕੀ ਬਚਿਆ ਕੰਮ 3/10 ਨੂੰ 4 ਦਿਨਾਂ ਵਿੱਚ ਪੂਰਾ ਕਰਦਾ ਹੈ। ਕਿੰਨੇ ਦਿਨਾਂ 'ਚ ਬੇਟਾ 4 ਦਿਨਾਂ 'ਚ। ਮਤਲਬ ਹੁਣ A ਨੇ B ਨੂੰ ਬੁਲਾ ਲਿਆ, A ਤੇ B ਮਿਲ ਕੇ 4 ਦਿਨਾਂ 'ਚ 3/10 ਕੰਮ ਆ, ਮਤਲਬ 10/3 ਕੰਮ ਪੂਰਾ ਕਰਦੇ ਆ, 40/3 ਦਿਨ ਲੱਗਦੇ ਉਹਨਾਂ ਨੂੰ। A ਅਤੇ B ਇਕੱਠੇ ਉਹੀ ਕੰਮ ਕਿੰਨੇ ਦਿਨਾਂ ਵਿੱਚ ਕਰਨਗੇ, ਹਾਂਜੀ A ਇਕੱਲਾ ਕੰਮ ਕਰ ਰਿਹਾ ਕਿੰਨੇ ਦਿਨ ਲੈ ਰਿਹਾ 150/7 ਦਿਨ। ਹੁਣ ਆਪਾਂ ਕੀ ਕੱਢਿਆ A ਤੇ B ਮਿਲ ਕੇ ਕੰਮ ਕਰਦੇ ਵੀ ਕਿੰਨੇ ਦਿਨ ਲੈ ਰਹੇ ਆ 40/3 ਦਿਨ। ਹੁਣ ਦੇਖੋ ਉਹਨਾਂ ਨੇ ਕੁਐਸਚਨ 'ਚ ਕੀ ਪੁੱਛਿਆ A ਅਤੇ B ਇਕੱਠੇ ਉਹੀ ਕੰਮ ਕਿੰਨੇ ਦਿਨਾਂ 'ਚ ਕਰਨਗੇ। A ਅਤੇ B ਇਕੱਠੇ ਕੰਮ ਕਿੰਨੇ ਦਿਨਾਂ 'ਚ ਕਰਨਗੇ, ਸਾਡਾ ਤਾਂ ਆਨਸਰ ਪਹਿਲਾਂ ਹੀ ਆਇਆ ਹੋਇਆ। ਮੋਸਟ ਆਫ ਦਾ ਬੱਚੇ ਇੱਥੇ ਸੋਚੂਗੇ A ਦਾ ਕੱਢੂਗੇ, ਫਿਰ A + B, ਫਿਰ ਦੋਨਾਂ ਦਾ ਐਲਸੀਐਮ ਲਓਗੇ, ਠੀਕ ਹੈ, ਫਿਰ ਐਫੀਸ਼ੀਐਂਸੀ ਕੱਢੋਗੇ B ਦੀ ਮਾਈਨਸ ਕਰਕੇ, ਐਟ ਲਾਸਟ ਆਨਸਰ ਫਿਰ 40/3 ਨਹੀਂ ਆਣਾ, ਪਰ ਤੁਹਾਡੇ ਕੋਲ ਤਾਂ ਪਹਿਲੇ ਹੀ ਆਨਸਰ ਆਇਆ ਹੋਇਆ ਆ, ਠੀਕ ਹੈ। ਸੋ ਧਿਆਨ ਨਾਲ ਕੁਐਸਚਨ ਕਰਨੇ, ਉਦਾਂ ਹੀ ਨਹੀਂ ਸਪੀਡ ਫੜੀ ਜਾਣੀ, ਹਾਂਜੀ A + B ਐਫੀਸ਼ੀਐਂਸੀ ਕਾਮਨ ਐਲਸੀਐਮ ये वो। ਸੋ ਬੇਟਾ ਜੀ ਦੇਖੋ ਤਾਂ ਸਹੀ, ਜੋ ਪੁੱਛਿਆ ਉਹ ਤੁਹਾਡਾ ਆਨਸਰ ਆਇਆ ਹੋਇਆ ਪਹਿਲੇ ਹੀ। A ਤੇ B ਕਿੰਨੇ ਦਿਨਾਂ 'ਚ ਕਰੋਗੇ 40 ਸਹੀ 40/3, 40/3 ਮਤਲਬ ਕਿ 13 ਸਹੀ 1/3 ਦਿਨ। ਸੋ ਵਟ ਇਜ਼ ਦਾ ਆਨਸਰ C ਆਪਸ਼ਨ। ਸੋ ਉੱਥੇ ਵਿੱਚ ਹੀ ਕੁਐਸਚਨ ਦੇ ਵਿੱਚ ਹੀ ਆਨਸਰ ਛੁਪਿਆ ਹੋਇਆ ਸੀਗਾ, ਠੀਕ ਹੈ। ਸੋ ਉਹਨਾਂ ਨੇ ਕਨਫਿਊਜ਼ ਕਰਨ ਲਈ ਪਾਇਆ A ਦਾ 10 ਤਾਂ 7/10 ਹਿੱਸਾ 15 ਦਿਨਾਂ 'ਚ ਕਰਦਾ, ਮੈਂ ਪੂਰਾ ਹਿੱਸਾ ਕੱਢ ਲਿਆ 150/7 ਦਿਨ ਲੱਗਦੇ। ਫਿਰ ਕਹਿੰਦੇ ਉਹਨੇ B ਨੂੰ ਵੀ ਕਾਲ ਕਰਤੀ, ਹੁਣ A ਤੇ B ਆ ਗਏ, ਬਚਿਆ ਕੰਮ ਕਿੰਨਾ ਆ 3/10, ਉਹ 4 ਦਿਨਾਂ 'ਚ ਕਰਦੇ ਪਏ। A ਤੇ B ਪੂਰਾ ਕੰਮ ਕਿੰਨੇ ਦਿਨਾਂ 'ਚ ਕਰੂਗੇ 40/3। ਪਿਛਲਾ ਵੀ ਕੁਐਸਚਨ ਸੇਮ ਸੀ, ਪਰ ਉਹਦੇ 'ਚ ਸਾਨੂੰ ਇਕੱਲੇ B ਦੇ ਦਿਨ ਪੁੱਛੇ ਸੀ, ਇਹਦੇ 'ਚ ਸਾਨੂੰ ਉਹ ਆਪਾਂ ਮਾਈਨਸ ਕਰਕੇ ਕੱਢ ਲਏ ਸੀ, ਇਹਦੇ 'ਚ ਸਾਨੂੰ A ਤੇ B ਦੇ ਪੁੱਛੇ ਸੀ, ਉਹ ਸਾਡੇ ਕੋਲ ਆਲਰੇਡੀ ਆਨਸਰ ਆਇਆ ਹੋਇਆ, ਆਪਾਂ ਉਹਦੇ ਹਿਸਾਬ ਨਾਲ ਕਰ ਲਿਆ, ਠੀਕ ਹੈ ਬੇਟਾ। ਅਗਲਾ ਕੁਐਸਚਨ ਦੇਖੀਏ। ਹਾਂਜੀ, ਇੱਕ ਨੇ A ਇਕੱਲਾ 12 ਦਿਨਾਂ ਵਿੱਚ ਇੱਕ ਕੰਮ ਪੂਰਾ ਕਰ ਸਕਦਾ ਹੈ। A ਲੈ ਰਿਹਾ ਜੀ 12 ਦਿਨ, A ਅਤੇ B ਮਿਲ ਕੇ ਇਸ ਨੂੰ 8 ਦਿਨਾਂ ਵਿੱਚ ਪੂਰਾ ਕਰਦੇ ਹਨ। A ਤੇ B ਮਿਲ ਕੇ 8 ਦਿਨਾਂ 'ਚ ਪੂਰਾ ਕਰਦੇ ਹਨ। B ਇਕੱਲੇ ਕੰਮ ਨੂੰ ਪੂਰਾ ਕਰਨ ਲਈ ਕਿੰਨਾ ਸਮਾਂ ਲਵੇਗਾ। B ਦਾ ਆਪਾਂ ਕੀ ਕੱਢਣਾ ਟਾਈਮ, ਸੌਖਾ ਹੀ ਆ ਕੁਐਸਚਨ, ਟਾਈਮ ਵਰਕ ਓਵਰ ਐਫੀਸ਼ੀਐਂਸੀ। ਹਾਂਜੀ, 12 ਤੇ 8 ਦਾ ਕਾਮਨ ਐਲਸੀਐਮ ਕਿੰਨਾ ਆ ਗਿਆ 24, 12 ਦੇ ਟੇਬਲ 'ਚ 24 2 ਤੇ, 8 ਦੇ ਟੇਬਲ 'ਚ 24 3 ਤੇ, ਠੀਕ ਹੈ ਜੀ। ਹਾਂਜੀ ਬੇਟਾ, B ਦਾ ਵਰਕ ਕਿੰਨਾ, ਮਤਲਬ ਟੋਟਲ ਵਰਕ ਕਿੰਨਾ ਆਪਣੇ ਕੋਲ 24, ਐਫੀਸ਼ੀਐਂਸੀ ਕਿੰਨੀ ਆ ਨਹੀਂ ਪਤਾ ਸਾਨੂੰ। ਹਾਂਜੀ, A ਦੀ ਐਫੀਸ਼ੀਐਂਸੀ ਕਿੰਨੀ ਬੇਟਾ 2, A ਤੇ B ਦੀ ਐਫੀਸ਼ੀਐਂਸੀ ਕਿੰਨੀ ਆ 3। ਜੇ A ਤੇ B ਦੀ ਐਫੀਸ਼ੀਐਂਸੀ 3 ਆ, ਵਿੱਚੋਂ A ਦੀ 2 ਆ, ਤਾਂ B ਦੀ ਕਿੰਨੀ ਆ ਜਾਊਗੀ, ਬਸ B ਦੀ ਐਫੀਸ਼ੀਐਂਸੀ ਕਿੰਨੀ ਆ ਗਈ 1। ਸੋ B ਇਕੱਲਾ ਕੰਮ ਨੂੰ ਕਿੰਨੇ ਦਿਨਾਂ 'ਚ ਖਤਮ ਕਰ ਰਿਹਾ ਆ 24 ਦਿਨਾਂ 'ਚ। ਸੋ ਆਨਸਰ ਇਜ਼ A ਆਪਸ਼ਨ, ਠੀਕ ਹੈ। ਅਗਲਾ ਕੁਐਸਚਨ ਦੇਖੀਏ। A ਇਕੱਲਾ 6 ਦਿਨਾਂ ਵਿੱਚ ਕੰਮ ਕਰ ਸਕਦਾ ਹੈ, ਥੋੜਾ ਥੋੜਾ ਪੜੋ ਨਾਲ ਨਾਲ ਲਿਖੀ ਜਾਓ। A ਇਕੱਲਾ ਲੈ ਰਿਹਾ 6 ਦਿਨ, B ਇਕੱਲਾ 8 ਦਿਨ, B ਇਕੱਲਾ ਕੰਮ ਕਰ ਰਿਹਾ 8 ਦਿਨਾਂ 'ਚ। A ਅਤੇ B ਨੇ ਇਸ ਨੂੰ 3200 ਵਿੱਚ ਕਰਨ ਦਾ ਬੀੜਾ ਚੁੱਕਿਆ। C ਦੀ ਮਦਦ ਨਾਲ ਉਹਨਾਂ ਨੇ 3 ਦਿਨਾਂ ਵਿੱਚ ਕੰਮ ਪੂਰਾ ਕੀਤਾ। C ਦੀ ਮਦਦ ਨਾਲ ਕਿੰਨੇ ਕਿੰਨੇ A ਤੇ B ਨੇ C ਦੀ ਮਦਦ ਨਾਲ, ਮਤਲਬ ਤਿੰਨਾਂ ਨੇ ਮਿਲ ਕੇ ਕੰਮ ਨੂੰ 3 ਦਿਨਾਂ 'ਚ ਪੂਰਾ ਕੀਤਾ। C ਨੂੰ ਕਿੰਨਾ ਭੁਗਤਾਨ ਕਰਨਾ ਹੈ, ਮਤਲਬ C ਨੂੰ ਕਿੰਨਾ ਸ਼ੇਅਰ ਮਿਲੂਗਾ, ਆਪਾਂ ਉਹ ਕੱਢਾਂਗੇ। ਦੇਖੋ ਬੇਟਾ ਫਿਰ ਉਹੀ 6 8 ਤੇ 3 ਦਾ ਕਾਮਨ ਐਲਸੀਐਮ ਕੀ ਆ ਗਿਆ 24, 6 ਦੇ ਟੇਬਲ 'ਚ 4,
8 ਤੀਆ 24 3 8 24। हाँ जी बेटा, ਤਿੰਨਾਂ ਦੀ ਐਫੀਸ਼ੀਐਂਸੀ ਦੇ ਹਿਸਾਬ ਨਾਲ ਸ਼ੇਅਰ ਡਿਵਾਈਡ ਹੋਊਗਾ। A ਦੀ ਐਫੀਸ਼ੀਐਂਸੀ ਕਿੰਨੀ 4, B ਦੀ ਐਫੀਸ਼ੀਐਂਸੀ ਕਿੰਨੀ 3। ਹਾਂਜੀ ਬੇਟਾ, ਤਿੰਨਾਂ ਦੀ ਐਫੀਸ਼ੀਐਂਸੀ ਕਿੰਨੀ ਆ 8। A B ਤੇ C ਤਿੰਨਾਂ ਦੀ ਐਫੀਸ਼ੀਐਂਸੀ ਕਿੰਨੀ ਆ 8, ਵਿੱਚੋਂ A ਤੇ B ਦੀ ਐਫੀਸ਼ੀਐਂਸੀ ਕਿੰਨੀ ਆ 4 ਤੇ 3 7, ਤਾਂ ਕੱਲੇ C ਦੀ ਕਿੰਨੀ ਹੋ ਗਈ ਫਿਰ 1। C ਦੀ ਐਫੀਸ਼ੀਐਂਸੀ ਕਿੰਨੀ ਹੋਗੀ 1। ਬਸ 4 3 7 ਤੇ 1 8। 8 ਯੂਨਿਟ ਦੀ ਵੈਲਿਊ ਕਿੰਨਾ ਸ਼ੇਅਰ ਆ ਟੋਟਲ 3200। 1 ਯੂਨਿਟ ਦੀ ਵੈਲਿਊ 400। ਹਾਂਜੀ, C ਦਾ ਸ਼ੇਅਰ ਪੁੱਛਿਆ, C ਦਾ ਕਿੰਨੇ ਯੂਨਿਟ ਆ ਬੇਟਾ 1। 1 ਯੂਨਿਟ ਦੀ ਵੈਲਿਊ 400। ਆਨਸਰ ਇਜ਼ B ਆਪਸ਼ਨ। ਜੋ ਉਹਨਾਂ ਨੇ A ਦਾ ਸ਼ੇਅਰ ਪੁੱਛਿਆ ਹੁੰਦਾ, A ਦੇ ਕਿੰਨੇ ਯੂਨਿਟ ਆ 4, 4 ਗੁਣਾ 400 1600। B ਦਾ ਪੁੱਛਿਆ ਹੁੰਦਾ 3 ਗੁਣਾ 400 1200 ਆ ਜਾਣਾ ਸੀ। ਠੀਕ ਹੈ, ਸੋ 3200 ਦੇ ਵਿੱਚੋਂ ਇਹ ਪੁੱਛਿਆ ਆ ਕਿ C ਨੂੰ ਕਿੰਨਾ ਹਿੱਸਾ ਮਿਲੂਗਾ। C ਨੂੰ ਮਿਲਿਆ ਰੁਪਈਆ 400। ਠੀਕ ਹੈ, ਅਗਲਾ ਕੁਐਸਚਨ ਦੇਖੀਏ ਬੇਟਾ। A ਅਤੇ B ਇਕੱਠੇ 8 ਦਿਨ, A ਤੇ B ਲੈ ਰਿਹਾ 8 ਦਿਨ, B ਅਤੇ C ਇਕੱਠੇ 10 ਦਿਨ, B ਅਤੇ C ਇਕੱਠੇ 10 ਦਿਨ, ਜਦਕਿ C ਅਤੇ A ਮਿਲ ਕੇ 6 ਦਿਨ। C ਤੇ A ਲੈਂਦੇ ਆ ਜੀ 6 ਦਿਨ। ਜੇਕਰ ਉਹ ਸਾਰੇ ਮਿਲ ਕੇ ਕੰਮ ਕਰਦੇ ਹਨ ਤਾਂ ਕੰਮ ਪੂਰਾ ਹੋ ਜਾਵੇਗਾ। ਹਾਂਜੀ, ਬਸ ਤਿੰਨੋਂ ਮਿਲ ਕੇ ਦੱਸਣਾ ਕਿੰਨੇ ਦਿਨਾਂ 'ਚ ਕੰਮ ਖਤਮ ਕਰੋਗੇ। ਆਈ ਹੋਪ ਇਹ ਕੁਐਸਚਨ ਹੁਣ ਤੁਸੀਂ ਆਨਸਰ ਦੇ ਸਕਦੇ ਆ। ਮੈਂ 1 ਮਿੰਟ ਲਈ ਵੇਟ ਕਰ ਲੈਂਦੀ ਆ, ਇਸ ਕੁਐਸਚਨ ਦਾ ਆਨਸਰ ਦਿਓ ਜੀ ਮੈਨੂੰ। ਹਾਂਜੀ, 8 10 ਤੇ 6 ਦਾ ਕਾਮਨ ਐਲਸੀਐਮ ਦੇਖੀਏ ਪਹਿਲੇ ਕੀ ਆਊਗਾ। वन 20, 8 ਦੇ ਟੇਬਲ 'ਚ 120, 15 ਤੇ 10 ਤੇ 12, 6 ਦੇ ਟੇਬਲ 'ਚ 20 ਤੇ। ਠੀਕ ਹੈ ਜੀ, ਹਾਂਜੀ ਪਲੱਸ ਕੀਤਾ A ਤੇ A ਫਿਰ ਉਹੀ 2A, B ਤੇ B 2B, C ਤੇ C 2C। ਹਾਂਜੀ, 15 ਤੇ 12 27, 27 ਤੇ B ਕਿੰਨਾ ਹੋ ਗਿਆ 47। ਹਾਂਜੀ, 2 ਇੱਧਰ ਆ ਕੇ ਡਿਵਾਈਡ ਹੋ ਜਾਏਗਾ। A plus B plus C ਕਿੰਨਾ ਹੋ ਗਿਆ 47 ਬਟਾ 2। ਇਹ ਤਿੰਨਾਂ ਦੀ ਕੀ ਹੋ ਗਈ ਬੇਟਾ ਜੀ ਐਫੀਸ਼ੀਐਂਸੀ। ਹਾਂਜੀ, ਵਰਕ ਕਿੰਨਾ ਹੈ ਆਪਣੇ ਕੋਲ ਟੋਟਲ ਕੰਮ 120। ਐਫੀਸ਼ੀਐਂਸੀ ਕਿੰਨੀ ਆ ਗਈ 47 ਬਟਾ 2। 120 ਗੁਣਾ 2 ਬਟਾ 47। ਹਾਂਜੀ, ਕਿੰਨਾ ਆ ਗਿਆ ਜੀ 240 ਬਟਾ 47। ਲਓ ਜੀ 240 ਬਟਾ 47। ਲਓ ਜੀ ਬਟਾ 47 ਸਿਰਫ ਸੀ ਆਪਸ਼ਨ 'ਚ ਆ। ਅੱਖਾਂ ਬੰਦ ਕਰਕੇ ਸੀ ਆਪਸ਼ਨ ਤੇ ਆਨਸਰ ਟਿਕ ਕਰ ਦਿਓ ਬਸ। ਠੀਕ ਹੈ ਜੀ, ਸੋ ਕਿੰਨਾ ਆਨਸਰ ਆ ਗਿਆ, ਇੱਕੋ ਹੀ ਆਪਸ਼ਨ ਆ ਬੇਟਾ ਸੀ ਜਿਹਦੇ ਵਿੱਚ 240 ਮਤਲਬ ਨੀਚੇ 47 ਆ ਰਿਹਾ। ਸੋ ਆਨਸਰ ਆਪਾਂ ਕੀ ਦੇ ਦਾਂਗੇ ਸੀ ਆਪਸ਼ਨ 5 ਸਹੀ 5 ਬਟਾ 47। ਠੀਕ ਹੈ, ਹਾਂਜੀ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਕਰਾਂਗੇ। A ਅਤੇ B ਇਕੱਠੇ ਕੰਮ ਦੇ ਹਿੱਸੇ ਨੂੰ 8 ਦਿਨਾਂ ਵਿੱਚ ਪੂਰਾ ਕਰ ਸਕਦੇ ਹਨ। A ਤੇ B ਇਕੱਠੇ ਕੰਮ ਕਰਦੇ ਆ ਬੇਟਾ 8 ਦਿਨ ਲੈਂਦੇ ਆ। B ਇਕੱਲਾ ਉਸ ਕੰਮ ਨੂੰ 12 ਦਿਨਾਂ ਵਿੱਚ ਪੂਰਾ ਕਰ ਸਕਦਾ ਹੈ। B ਇਕੱਲਾ ਕਹਿੰਦੇ ਉਸ ਕੰਮ ਨੂੰ ਕਿੰਨੇ ਦਿਨਾਂ 'ਚ ਪੂਰਾ ਕਰ ਸਕਦਾ ਹੈ 12 ਦਿਨਾਂ 'ਚ। B ਨੇ 4 ਦਿਨ B ਇਕੱਲੇ ਨੇ 4 ਦਿਨ ਕੰਮ ਕੀਤਾ, ਉਸ ਤੋਂ ਬਾਅਦ A ਇਕੱਲੇ ਕੰਮ ਨੂੰ ਪੂਰਾ ਕਰਨ ਲਈ ਕਿੰਨਾ ਸਮਾਂ ਲਵੇਗਾ। B ਨੇ ਸਿਰਫ ਕਹਿੰਦੇ 4 ਦਿਨ ਕੰਮ ਕੀਤਾ, A ਉਸ ਕੰਮ ਨੂੰ ਕਰਨ ਨੂੰ ਕਿੰਨਾ ਟਾਈਮ ਲਵੇਗਾ। ਦੇਖੋ ਜੀ 8 ਤੇ 12 ਦਾ ਕਾਮਨ ਐਲਸੀਐਮ ਕਿੰਨਾ ਆ ਗਿਆ 24। 8 ਦੇ ਟੇਬਲ 'ਚ 24, 3 ਤੇ 12 ਦੂਣਾ 24। ਹਾਂਜੀ ਬੇਟਾ, ਉਹ ਕਹਿੰਦੇ ਮੈਨੂੰ ਪਹਿਲੇ ਕੁਐਸਚਨ ਨੂੰ ਸਮਝੋ। ਟਾਈਮ ਮੈਨੂੰ ਦਿੱਤਾ ਹੋਇਆ B ਦਾ ਕਿੰਨਾ, B ਨੇ ਸਿਰਫ ਕਹਿੰਦੇ 4 ਦਿਨ ਕੰਮ ਕੀਤਾ। ਮੈਂ ਇਹ ਦੇਖੂੰਗੀ ਬੇਟਾ B ਨੇ 4 ਦਿਨਾਂ 'ਚ ਕਿੰਨਾ ਕੰਮ ਕਰ ਲਿਆ। B ਦੀ ਐਫੀਸ਼ੀਐਂਸੀ ਕਿੰਨੀ ਆ 2। ਠੀਕ ਹੈ ਜੀ, ਵਰਕ ਕਿੱਦਾਂ ਕੱਢੀਦਾ ਆਪਾਂ ਟਾਈਮ ਮਲਟੀਪਲਾਈ ਐਫੀਸ਼ੀਐਂਸੀ। ਟਾਈਮ ਕਿੰਨਾ 4, ਐਫੀਸ਼ੀਐਂਸੀ ਕਿੰਨੀ 2, ਸੋ ਕਿੰਨਾ ਆ ਗਿਆ। ਇਹਦਾ ਮਤਲਬ B ਨੇ ਇਕੱਲੇ ਨੇ 4 ਦਿਨਾਂ 'ਚ 8 ਯੂਨਿਟਾਂ ਦਾ ਕੰਮ ਕਰ ਲਿਆ। ਹਜੇ ਹੋਰ ਕਿੰਨੇ ਯੂਨਿਟ ਪਏ ਆ, ਰਿਮੇਨਿੰਗ 24 ਯੂਨਿਟ ਦਾ ਟੋਟਲ ਆ, ਵਿੱਚੋਂ 8 ਯੂਨਿਟਾਂ ਦਾ ਕੰਮ ਕਰ ਲਿਆ। ਇਹਦਾ ਮਤਲਬ 16 ਯੂਨਿਟਾਂ ਦਾ ਕੰਮ ਹੋਰ ਪਿਆ ਆ। ਇਹ 16 ਯੂਨਿਟਾਂ ਦੇ ਕੰਮ ਨੂੰ ਕੌਣ ਕਰੂਗਾ ਹੁਣ ਇਹ। ਉਸ ਤੋਂ ਬਾਅਦ ਇਹ ਇਕੱਲਾ ਕੰਮ ਨੂੰ ਪੂਰਾ ਕਰਨ ਲਈ ਕਿੰਨਾ ਸਮਾਂ ਲਵੇਗਾ। ਹੁਣ ਆਪਾਂ ਟਾਈਮ ਕੱਢਣਾ A ਦਾ। ਟਾਈਮ ਕੀ ਹੁੰਦਾ ਬੇਟਾ ਵਰਕ ਓਵਰ ਐਫੀਸ਼ੀਐਂਸੀ। ਕੰਮ ਕਿੰਨਾ ਆ ਹੁਣ 16 ਯੂਨਿਟ, ਕਿਉਂਕਿ 24 ਯੂਨਿਟ ਟੋਟਲ ਆ, ਵਿੱਚੋਂ 8 ਯੂਨਿਟਾਂ ਦਾ ਕੰਮ ਤਾਂ ਹੋ ਗਿਆ, ਪਿੱਛੇ 16 ਯੂਨਿਟਾਂ ਦੇ ਕੰਮ ਨੂੰ ਹੁਣ A ਨੇ ਕਰਨਾ। A ਦੀ ਐਫੀਸ਼ੀਐਂਸੀ ਹੋਣੀ ਚਾਹੀਦੀ। A ਤੇ B ਦੀ ਐਫੀਸ਼ੀਐਂਸੀ ਬੇਟਾ 3 ਆ, ਵਿੱਚੋਂ B ਦੀ ਕਿੰਨੀ ਐਫੀਸ਼ੀਐਂਸੀ 2, ਤਾਂ ਇਕੱਲੇ A ਦੀ ਕਿੰਨੀ ਆ ਗਈ 3 - 2 1।
ਸੋ ਏ ਦੀ ਐਫੀਸ਼ੀਐਂਸੀ ਕਿੰਨੀ 1, ਸੋ ਕਿੰਨੇ ਦਿਨ ਬਣੇ 16 ਦਿਨ। ਇਹ ਇਕੱਲਾ ਕੰਮ ਨੂੰ ਕਿੰਨੇ ਦਿਨਾਂ 'ਚ ਖਤਮ ਕਰੇਗਾ 16 ਦਿਨਾਂ 'ਚ। ਬਹੁਤ ਇੰਪੋਰਟੈਂਟ ਕੁਐਸਚਨ ਆ। ਏ ਤੇ ਬੀ ਦੋਨੋਂ ਮਿਲ ਕੇ ਕੰਮ ਨੂੰ ਕਰ ਰਹੇ 8 ਦਿਨਾਂ 'ਚ, ਬੀ ਇਕੱਲਾ ਕਰ ਰਿਹਾ 12 ਦਿਨਾਂ 'ਚ। ਕਹਿੰਦੇ ਬੀ ਨੇ ਸਿਰਫ 4 ਦਿਨ ਕੰਮ ਕੀਤਾ, ਇਹਦਾ ਮਤਲਬ ਉਸ ਤੋਂ ਬਾਅਦ ਚਲਾ ਗਿਆ ਜਾਂ ਛੱਡ ਗਿਆ ਜੋ ਵੀ ਆ। ਫਿਰ ਉਸ ਤੋਂ ਬਾਅਦ ਇਹ ਲਿਖਿਆ ਕੱਲਾ ਇਹ ਕੰਮ ਨੂੰ ਕਿੰਨੇ ਦਿਨਾਂ 'ਚ ਖਤਮ ਕਰੇਗਾ। ਹਾਂਜੀ, ਬੀ ਨੇ 4 ਦਿਨ ਕੰਮ ਕੀਤਾ, ਬੀ ਦੀ ਐਫੀਸ਼ੀਐਂਸੀ 2, ਇਹਦਾ ਮਤਲਬ 2 ਗੁਣਾ 4, ਬੀ ਨੇ 24 ਯੂਨਿਟਾਂ 'ਚੋਂ ਕੱਲੇ ਬੀ ਨੇ 8 ਯੂਨਿਟਾਂ ਦਾ ਕੰਮ ਕਰ ਲਿਆ। ਪਿੱਛੇ ਕਿੰਨੇ ਯੂਨਿਟ ਰਹਿ ਗਏ 16। ਸੋ 16 ਯੂਨਿਟਾਂ ਦੇ ਕੰਮ ਨੂੰ ਇਹ ਕਿੰਨੇ ਦਿਨਾਂ 'ਚ ਖਤਮ ਕਰੇਗਾ। ਇਹਦੀ ਐਫੀਸ਼ੀਐਂਸੀ 1, ਸੋ ਇਹ ਜਿਹੜਾ ਕੱਲਾ 16 ਦਿਨਾਂ ਦੇ ਵਿੱਚ ਕੰਮ ਨੂੰ ਖਤਮ ਕਰੇਗਾ। ਸੋ ਪਲੀਜ਼ ਬੇਟਾ ਇਹਨਾਂ ਕੁਐਸਚਨਸ ਦੀ ਪ੍ਰੈਕਟਿਸ ਕਰਿਓ। ਇਹ ਹਜੇ ਮੈਂ ਬਹੁਤ ਬੇਸਿਕ ਕੁਐਸਚਨਸ ਕਰਵਾਏ ਆ, ਆਪਾਂ ਹਜੇ ਹੋਰ ਵੀ ਟਾਈਪਸ ਕਰਾਂਗੇ। ਹਜੇ ਆਪਣਾ ਚੈਪਟਰ ਖਤਮ ਨਹੀਂ ਹੋਇਆ, ਹਜੇ ਆਪਾਂ ਨੈਕਸਟ ਡੇ ਫਿਰ ਟਾਈਮ ਐਂਡ ਵਰਕ ਦੀ ਕਲਾਸ ਲਵਾਂਗੇ। ਪਰ ਪਲੀਜ਼ ਨੈਕਸਟ ਕਲਾਸ ਤੋਂ ਪਹਿਲੇ ਅੱਜ ਦੀ ਕਲਾਸ ਨੂੰ ਜ਼ਰੂਰ ਅਟੈਂਡ ਕਰਿਓ। ਸਾਰੇ ਦੇ ਸਾਰੇ ਕੁਐਸਚਨਸ ਨੂੰ ਅੰਡਰਸਟੈਂਡ ਕਰੋ ਤੇ ਪਲੀਜ਼ ਖੁਦ ਜ਼ਰੂਰ ਕਰਕੇ ਦੇਖਣਾ, ਠੀਕ ਹੈ ਜੀ। ਸੋ ਪਲੀਜ਼ ਟੇਕ ਕੇਅਰ, ਧਿਆਨ ਰੱਖਣਾ, ਕੁਐਸਚਨਸ ਦੀ ਪ੍ਰੈਕਟਿਸ ਕਰਦੇ ਰਹਿਣਾ।